ਸ੍ਰੀ ਵਾਹਿਗੁਰੂ ਜੀ। ਧਰਮ ਖੰਡ ਕਾ ਇਹੋ ਧਰਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਚਲਦੀ ਹੋਈ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਪਜੀ ਸਾਹਿਬ ਦੀਆਂ 34 ਪੌੜੀਆਂ ਹੋ ਚੁੱਕੀਆਂ ਨੇ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹੈ, ਆਓ ਮਨ ਬਿਰਤੀਆਂ ਇਕਾਗਰ ਕਰੋ ਤੇ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਇਸ ਰਾਤੀ ਰੋਤੀ ਥਿਤੀ ਵਾਰ ਤੋਂ ਲੈ ਕੇ ਇਹਦੇ ਵਿੱਚ ਜਿਹੜੇ 5 ਖੰਡ ਨੇ ਉਹਨਾਂ ਦੀ ਵਿਚਾਰ ਥੋੜ੍ਹੀ ਜਿਹੀ ਗਹਿਰੀ ਹੈ। ਇੱਕ ਦੋ ਜੀਭੋ ਲੱਖ ਹੋਏ ਤੇ ਇੱਥੋਂ ਫਿਰ ਗਿਆਨ ਦੀਆਂ 7 ਭੂਮਿਕਾ ਚੱਲੀਆਂ ਹੋਈਆਂ ਨੇ। ਸੁਵਿਚਾ ਸੋ ਵਿਚਾਰ ਨਾਨਤਨੁ ਮਾਨਸਾ ਸਤੁ ਅਪਾਦਕ ਅਸੰਗ ਸਗਤ ਪਦਾਰਥ ਭਾਵ ਨਹੀਂ ਤੇ ਤੁਰੀਆ। ਸੋ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਧਰਮ ਖੰਡ ਕਾ ਇਹੋ ਧਰਮ। ਤੇ ਮਹਾਰਾਜ ਸਾਹਿਬ ਜੀ ਧਰਮ ਖੰਡ ਕਾ ਇਹੋ ਧਰਮ, ਇੱਥੇ ਧਰਮ ਨੂੰ ਕਮਾਉਣ ਵਾਲੇ ਜਿਹੜੇ ਨੇ ਵੀ ਇਸ ਥਾਂ 'ਤੇ ਆ ਕੇ ਧਰਮ ਨੂੰ ਕਮਾਉਣਾ ਕਰੇ। ਕਰਮ ਤੋਂ ਪੈਦਾ ਹੋਇਆ ਧਰਮ, ਇਸ ਲਈ ਧਰਮ ਖੰਡ ਦਾ ਇਹੋ ਧਰਮ ਕਿਹਾ ਹੈ। ਧਰਮ ਖੰਡੀਆਂ ਦਾ ਕਰਮ ਪਿਛਲੀ ਪੌੜੀ ਵਿੱਚ ਕਹਿ ਦਿੱਤਾ ਹੈ, ਪਰ ਫਿਰ ਵੀ ਇਸ ਪੌੜੀ ਦੇ ਵਿੱਚ ਸਿੱਧ ਕਰਮ ਕਾਂਡ ਬਾਰੇ ਪੁੱਛਣਗੇ ਜੋ ਸ਼ੁਭ ਸੰਸਕਾਰਾਂ ਦੇ ਸਹਿਤ ਅੰਤਸ਼ਕਰਨ ਦਾ ਹੋਣਾ ਹੈ। ਖੰਡ ਦਾ ਨਾਮ ਹੁੰਦਾ ਹਿੱਸਾ, ਭਾਗ, ਧਰਮ ਦਾ ਹਿੱਸਾ ਜੋ ਸਤ ਚਿਤ ਆਨੰਦ ਸਰੂਪ ਹੈ। ਧਰਮ ਸਕਾਮੀਆਂ ਦੇ ਧਰਮ ਤੇ ਉਹ ਜੋ ਸਕਾਮੀਆਂ ਦੇ ਧਰਮ ਹਨ ਉਹਨਾਂ ਕਰਮ ਤਾਂ ਹੀ ਖੰਡ ਕੱਟਣ ਵਾਲਾ ਜਿਹੜੇ ਸਹਿਤ ਕਾਮਨਾ ਦੇ ਕਰਦੇ ਹੈ ਉਹਨਾਂ ਦੇ ਕਰਮ ਨੂੰ ਖੰਡ ਕੀ ਕੱਟਣ ਵਾਲਾ ਹੈ। ਧਰਮ ਨਾਮ ਸੁਭਾਅ ਦਾ ਵੀ ਹੁੰਦਾ ਹੈ। ਅਖੰਡ ਧਰਮ ਕਮਾਉਣ ਵਾਲਿਆਂ ਦਾ ਜੋ ਧਰਮ ਕਹੀਏ ਸੁਭਾਅ ਹੈ ਨਾ, ਇਸ ਰੀਤੀ ਦੇ ਨਾਲ ਉਹਨਾਂ ਦਾ ਅੰਤਸ਼ਕਰਨ ਵਿੱਚ ਧਰਮ ਪ੍ਰਕਾਸ਼ਦਾ ਹੈ। ਜੋ ਪਿਛੇ ਤੀਸਰੇ ਅਰਥ ਵਿੱਚ ਸਤਸੰਗੀਆਂ ਦੀ ਅਵਸਥਾ, ਤੀਸਰੀ ਭੂਮਿਕਾ ਤਨੂ ਮਾਨਸਾ ਵਿੱਚ ਕਥਨ ਕੀਤਾ ਹੈ। ਇੱਥੇ ਤੱਕ ਅਰਥ ਕਰਨ ਵਾਸਤੇ ਜਿਹੜੀ 34ਵੀਂ ਪੌੜੀ ਉਹਦੇ ਨਾਲ ਸਿਧਾਂਤ ਜੁੜਦਾ ਹੈ। ਸਿੰਘ ਬਲੋਕਨ ਰੀਤ ਕਹਿੰਦੇ ਨੇ ਉਸ ਨੂੰ। ਪੌੜੀ ਅਗਲੀ ਉਚਾਰਨ ਕੀਤੀ ਹੈ ਤੇ ਪਿੱਛੇ ਇੱਕ ਤੁਕ ਪਿਛਲੇ ਸਿਧਾਂਤ ਦੀ ਲਈ ਹੈ, ਕਿਉਂਕਿ ਅਗਲੀ ਅਵਸਥਾ ਵਿੱਚ ਜਾ ਕੇ ਪਹਿਲੀ ਅਵਸਥਾ ਨੂੰ ਛੱਡਿਆ ਨਹੀਂ ਜਾਂਦਾ। ਤੋ ਅੱਗੇ ਗਿਆਨ ਖੰਡ ਹੈ। ਗਿਆਨ ਖੰਡ ਦੇ ਵਿੱਚ ਪਿੱਛੇ ਧਰਮ ਤੋਂ ਉਪਜਿਆ ਕਰਮ ਜਿਹੜਾ ਨਿਸ਼ਕਾਮ ਕਰਮ, ਉਹਦੀ ਸਾਰੀ ਰੀਤ ਨੂੰ ਨਾਲ ਲੈਂਦੇ ਆ। ਇਸ ਕਰਕੇ ਗਿਆਨ ਖੰਡੀਆਂ ਦੀ ਜਿਹੜੀ ਚੌਥੀ ਅਵਸਥਾ ਹੈ, ਚੌਥੀ ਭੂਮਿਕਾ ਹੈ, ਸਤੂ ਅਪਾਦਕ ਹੈ ਉਹਦਾ ਨਾਮ। ਮਾਨ ਅਭਿਮਾਨ ਤੋਂ ਰਹਿਤ ਸੇਵਕ ਦੀ ਅਵਸਥਾ ਕਥਨ ਕਰਨਗੇ। ਸਿੱਧਾ ਨੇ ਕਿਹਾ ਮਹਾਰਾਜ ਇਹ ਦੱਸੋ ਵੀ ਕਰਮਖੰਡ ਦੀ ਵਿਆਖਿਆ ਤੋਂ ਕਰਮਖੰਡ ਦੀ ਗੱਲ ਤਾਂ ਸਾਡੀ ਸਮਝ ਆ ਗਈ ਹੈ, ਹੁਣ ਗਿਆਨ ਖੰਡ ਦਾ ਕਰਤੱਵ ਦੱਸੋ ਕੀ ਹੈ। ਇਹ ਕਰਤੱਵ ਸਾਨੂੰ ਸਮਝਾਓ ਕਿ ਗਿਆਨ ਖੰਡ ਦਾ ਕਰਤੱਵ ਕੀ ਹੈ। ਤੇ ਇਹ ਗੱਲ ਕਹਿ ਕੇ ਪਿਛਲੀ ਜਿਹੜੀ ਸਿਧਾਂਤ ਨੂੰ ਨਾਲ ਲੈ ਕੇ ਅੱਗੇ ਚੱਲਣ ਲੱਗੇ। ਧਰਮ ਖੰਡ ਕਾ ਇਹੋ ਧਰਮ ਜੋ ਪਿੱਛੇ ਕਹਿ ਦਿੱਤਾ, ਇਹ ਕਹਿ ਕੇ ਹੁਣ ਅੱਗੇ ਮਹਾਰਾਜ ਸਾਹਿਬ ਜੀ ਨੇ ਗਿਆਨ ਖੰਡ ਦਾ ਵਰਣਨ ਕਰਦੇ ਹਨ। ਗਿਆਨ ਖੰਡ ਕਾ ਆਕੋ ਕਰਮ। ਇਹ ਸਿੱਧੋ ਹੁਣ ਗਿਆਨ ਖੰਡ ਦਾ ਕਰਮ ਨਾਮ ਕਰਤੱਵ ਹੈ, ਜੋ ਕਰਤੱਵ ਹੈ ਉਸ ਦਾ ਗਿਆਨ ਖੰਡੀਆਂ ਦਾ। ਉਹ ਪ੍ਰਕਾਰ ਵੀ ਆਖੋ ਆਖਦੇ ਹਾਂ, ਕਹਿੰਦੇ ਹਾਂ। ਕਰਮ ਬਖਸ਼ਿਸ਼ ਨੂੰ ਵੀ ਕਿਹਾ ਜਾਂਦਾ ਹੈ। ਬਖਸ਼ਿਸ਼ ਨੂੰ ਵੀ ਆਖੋ, ਸਮਝ ਲਵੋ ਕਿ ਗਿਆਨ ਖੰਡ ਵਾਲਾ ਸੰਸਾਰ ਨੂੰ ਕਿਵੇਂ ਵੇਖਦਾ ਹੈ। ਉਹਦੀ ਦਿਵ ਦ੍ਰਿਸ਼ਟੀ ਸੰਸਾਰ ਦੇ ਵੀ ਕਿਵੇਂ, ਸੰਸਾਰ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਦੇਖਦੀ ਹੈ। ਉਹਨਾਂ ਦੇ ਅੰਦਰ ਗਿਆਨ ਦਾ ਜਿਹੜਾ ਪ੍ਰਕਾਰ ਪ੍ਰਕਾਸ਼ ਹੈ, ਮਨ ਭੀਤਰ ਹੋਵੇ ਪ੍ਰਗਾਸ, ਗਿਆਨ ਅੰਜਨ ਅਗਿਆਨ ਵਿਨਾਸ਼। ਉਹਨਾਂ ਦੀ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ ਸਿੱਧੋ। ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼। ਕਿ ਕੀਤੇ ਕਿਤਨੇ ਪ੍ਰਕਾਰ ਦੀ ਪਵਨ
ਪੌਣ ਹਵਾ ਹੈ। ਜਿਵੇਂ ਧਰਮ ਸ਼ਾਸਤਰਾਂ 'ਚ 49 ਪ੍ਰਕਾਰ ਦੀ ਹਵਾ ਮੰਨੀ ਹੈ, 10 ਪ੍ਰਕਾਰ ਦੀ ਹਵਾ ਸਰੀਰ ਦੇ ਵਿੱਚ ਨਿਵਾਸ ਕਰਦੀ ਹੈ। ਪ੍ਰਾਨ ਅਪਮਾਨ ਸਮਾਨ ਹੈ ਔਰ ਬਿਆਨ ਉਦਾਨ, ਕਿਰਕਲ ਤਨਿਜੈ ਦੇਵਦੱਤ ਨਾਗ ਕੂਰਮ 10 ਪ੍ਰਾਨ। ਇਹ 10 ਪ੍ਰਕਾਰ ਦੇ ਸਾਡੇ 'ਚ ਜੇ ਪ੍ਰਾਨ ਤਾਂ ਸਾਨੂੰ ਪ੍ਰਾਨੀ ਕਹਿੰਦੇ, ਜਿਹਨੂੰ ਪ੍ਰਾਨ ਕਰਦੇ ਹਿਰਦੇ ਵਿੱਚ ਨਿਵਾਸ ਹੈ। ਅਪਾਨ ਗੁਦਾ ਵਿੱਚ, ਸਮਾਨ ਨਾਭੀ ਵਿੱਚ, ਉਦਿਆਨ ਕੰਠ ਵਿੱਚ, ਬਿਆਨ ਸਾਰੇ ਸਰੀਰ ਵਿੱਚ, ਨਾਗ ਜਿਹਦੇ ਨਾਲ ਢਕਾਰ ਆਉਂਦਾ ਹੈ, ਕੂਰਮ ਨੇਤਰ ਖੁੱਲ੍ਹਦੇ ਨੇ ਮਿਚਦੇ ਨੇ, ਕਿਰਕਲ ਭੁੱਖ ਲਗਾਉਂਦੀ ਹੈ, ਦੇਵਦਾ ਤੋਂ ਵਾਸੀ ਲਿਆਉਂਦੀ ਹੈ, ਧਨਿਜੈ ਮਰਨ ਤੋਂ ਬਾਅਦ ਸਰੀਰ ਨੂੰ ਫੁਲਾਉਂਦੀ ਹੈ। ਇਹ 10 ਪ੍ਰਕਾਰ ਦੀ ਪੌਣ ਸਾਡੇ ਸਰੀਰ ਵਿੱਚ ਹੈ। ਅਤੇ ਪਾਣੀ ਜਲ ਦਾ ਨਾਮ ਹੈ, ਇਹ ਵੀ ਕਿੰਨੇ ਪ੍ਰਕਾਰ ਦਾ ਹੈ। ਕਿਤੇ ਮਿੱਠਾ, ਖਾਰਾ, ਕੌੜਾ, ਕਸ਼ੈਲ ਹੈ, ਗਰਮ ਹੈ, ਠੰਡਾ ਹੈ, ਇਹ ਵੀ ਬਹੁਤ ਕਿਸਮ ਦਾ। ਅਨਕ ਪਵਨ ਪਾਵਕ ਅਰ ਨੀਰ, ਐਸਾ ਕਿਹਾ ਨਾ ਮਹਾਰਾਜ ਨੇ। ਬੈਸੰਤਰ ਅਗਨੀ, ਉਹ ਵੀ ਕਿੰਨੇ ਪ੍ਰਕਾਰ ਦੀ ਹੈ। ਦਾਵਾ ਅਗਨ ਹੈ, ਜਠਰਾ ਅਗਨ ਹੈ, ਇਹਦੀ 7 ਪ੍ਰਕਾਰ ਦੀ ਮੰਨੀ ਹੈ ਵੈਸੇ ਅਗਨੀ। ਇਹਦੇ 'ਚ ਸਮਾਨ ਅਗਨੀ ਸਾਰੀ ਬਨਸਪਤੀ ਵਿੱਚ ਹੈ। ਇੱਕ ਨਿੱਕੇ ਜਿਹੇ ਤੀਲੇ ਦੇ ਵਿੱਚ ਵੀ ਅੱਗ ਹੈ। ਉਹ ਪ੍ਰਗਟ ਹੋਣ ਤੋਂ ਫਿਰ ਪਤਾ ਲੱਗਦਾ ਵੀ ਹਾਂ ਅੱਗ ਹੈ ਇਹਦੇ 'ਚ, ਦਿਸਦੀ ਨਹੀਂ, ਫੂਕਦੀ ਵੀ ਨਹੀਂ ਹੈ, ਉਹ ਗੁਪਤ ਹੋ ਕੇ ਰਹਿ ਰਹੀ ਹੈ। ਦਾਵਾ ਅਗਨ ਦੂਜੇ ਨੰਬਰ 'ਤੇ, ਉਹ ਚੁੱਲ੍ਹਿਆਂ ਦੇ ਵਿੱਚ ਜਿਹੜੀ ਅੱਗ ਬੜ ਰਹੀ ਹੈ, ਜਿਹਦੇ ਨਾਲ ਰਸੋਈ ਦੇ ਲੰਗਰਾਂ ਦੇ ਅਨੇਕਾਂ ਕੰਮ ਕੀਤੇ ਜਾਂਦੇ ਨੇ। ਤੀਸਰੀ ਜਠਨਾਗ, ਜੋ ਖਾਧੇ ਪੀਤੇ ਨੂੰ ਹਜ਼ਮ ਕਰਦੀ ਹੈ। ਚੌਥੀ ਬੜਵਾਂ ਨਾਲ, ਇਹ ਸਮੁੰਦਰ ਦੇ ਵਿੱਚ ਰਹਿੰਦੀ ਹੈ, ਲੱਖਾਂ ਮਣ ਪਾਣੀ ਫੂਕਦੀ ਹੈ। ਅਤੇ ਪੰਜਵੀਂ ਡੌਂ ਅਗਨੀ ਹੈ, ਜਿਹੜੀ ਬਿਰਛਾਂ ਦੇ ਖੈਣ ਤੋਂ ਆਪਸ ਵਿੱਚ ਜਿਵੇਂ ਬਾਂਸਾਂ ਤੋਂ ਬਾਂਸਾਂ ਨੂੰ ਅੱਗ ਲੱਗ ਜਾਂਦੀ ਹੈ, ਅਤੇ ਇਹ ਡੌਂ ਅਗਨੀ ਹੈ, ਉਹਨੂੰ ਡੌਂ ਅਗਨੀ ਕਹਿੰਦੇ ਨੇ। ਅਤੇ ਇੱਕ ਛੇਵੀਂ ਹੈਗੀ ਬਦਲਾਂ ਵਿੱਚ ਰਹਿੰਦੀ ਹੈ, ਲੂ ਕੇ ਰੱਖ ਦਿੰਦੀ ਹੈ ਜਦੋਂ ਕੋਈ ਬਿਜਲੀ ਡਿੱਗਦੀ ਹੈ ਧਰਤੀ ਦੇ ਉੱਤੇ। ਇੱਕ ਅਗਨੀ ਸੂਰਜ ਦੀ ਕਿਰਨਾਂ, ਆਤਸ਼ੀ ਸ਼ੀਸ਼ਾ ਹੁੰਦਾ ਇੱਕ, ਅਤੇ ਉਹਦੇ ਨਾਲ ਅੱਗ ਐਨ ਪੂਰੀ ਫੋਕਸਿੰਗ ਬਣ ਕੇ ਉਹਦੀ ਸੂਰਜ ਵਾਲੇ ਪਾਸੇ ਨੂੰ ਆਤਸ਼ੀ ਸ਼ੀਸ਼ਾ ਕਰਕੇ ਕਾਗਜ਼ ਦੇ ਅਤੇ ਕੱਪੜੇ ਦੇ ਉੱਤੇ ਅੱਗ ਲੱਗ ਜਾਂਦੀ ਹੈ। ਇਹ 7 ਕਿਸਮ ਦੀ ਅਗਨੀ ਕਥਨ ਕੀਤੀ ਹੈ। ਇਸ ਕਰਕੇ ਕਿਹਾ ਕਈ ਕੋਟ ਪਵਨ ਪਾਣੀ ਵੈ ਸੰਤਰ, ਜਾਂ ਹੰਸ ਹੇਤ ਲੋਭ ਕੋ ਵਿਚਾਰੇ ਨਦੀਆਂ ਅੰਗ ਅੱਗ, ਕੇਤੇ ਕਾਨ ਮਹੇਸ਼, ਕੇਤੇ ਕਿਤਨੇ ਹੀ ਕਾਨ ਕ੍ਰਿਸ਼ਨ ਮਹੇਸ਼ ਸ਼ਿਵ ਜੀ। ਜਿਵੇਂ ਸ਼ਿਵ ਜੀ ਦੇ 11 ਨਾਮ ਮੰਨੇ ਹੈ, 11 ਅਵਤਾਰ ਨੇ ਦੇ, ਮਹੇਸ਼, ਸ਼ੰਭੂ, ਸ਼ਿਵ, ਹਰਨ, ਅਜ, ਅਪਰਗਜਿਤ, ਤ੍ਰਿਵਯਕ, ਪਿਨਾਕੀ, ਏਕਬਾਦ, ਅਹਿਵਰਧਨ, ਵਿਸ਼ਵਕਪੀ, ਇਹ ਇਸ ਤਰ੍ਹਾਂ ਇਹਦੇ ਨਾਮ ਹਨ। ਜਿਵੇਂ ਕਾਗਭਸੁੰਡ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੱਸਿਆ ਸੀ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਸ੍ਰੀ ਰਾਮਚੰਦਰ ਦੇ 12 ਅਵਤਾਰ ਦੇਖੇ ਹੈ, ਕ੍ਰਿਸ਼ਨ ਜੀ ਨੂੰ 16 ਵਾਰੀ ਸੰਸਾਰ 'ਚ ਆਇਆ ਦੇਖਿਆ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਕੋਟ ਮਹੇਸ਼ ਉਪਾਏ ਸਮਾਏ ਕਿਹਾ ਨਾ, ਅਨਕ ਮਹੇਸ਼ ਬੈਸ ਧਿਆਨ ਧਰੈ ਇਹ ਕਿਹਾ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ 10ਵੇਂ ਦੀ ਬਾਣੀ ਵਿੱਚ ਕਿਹਾ, ਅਤੇ ਕਰੋੜਾਂ ਹੀ ਕ੍ਰਿਸ਼ਨ ਜਿਵੇਂ ਨਿੱਕੇ ਕੀੜੇ ਹੁੰਦੇ, ਇਸ ਤਰ੍ਹਾਂ ਦੇ ਹਿਸਾਬ ਦੇ ਨਾਲ ਇਹ ਉਹ ਸਮਰੱਥ ਵਿਆਪਕ ਪ੍ਰਵੇਸ਼ ਹੈ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਇਹ ਉਹਦੀ ਸਮਰੱਥ ਹੈ। ਇਤਿਆਦ ਕੇ ਸਭ ਗਿਆਨ ਖੰਡੀਆਂ ਨੂੰ ਦ੍ਰਿਸ਼ਟੀ ਵਿੱਚ ਆਉਣ ਲੱਗ ਜਾਂਦਾ ਸਾਰਾ। ਜਿਵੇਂ ਕਾਗਭਸੁੰਡ ਨੂੰ ਦ੍ਰਿਸ਼ਟੀ ਆ ਗਿਆ ਨਾ, ਵੀ ਮੈਂ ਰਾਮਚੰਦਰ ਨੂੰ 12 ਵਾਰੀ ਦੇਖਿਆ, ਕ੍ਰਿਸ਼ਨ ਜੀ ਨੂੰ 16 ਵਾਰੀ ਦੇਖਿਆ, ਇਹ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਸਿੱਧੋ ਮਹਾਰਾਜ ਕਹਿੰਦੇ ਇਸ ਪ੍ਰਕਾਰ ਦੇ ਉਹਨਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਕੇਤੇ ਬਰਮੇ ਕਾੜਤ ਘੜੀਏ ਹੈ, ਰੂਪ ਰੰਗ ਕੇ ਵੇਸ। ਕਿਤਨੇ ਬਰਮੇ ਸੰਸਾਰ ਦੀ ਘਾੜਤ ਨੂੰ ਘੜੀ ਹੈ, ਘੜਨ ਵਾਲੇ ਉਹਨਾਂ ਦੁਆਰਾ ਰਚੇ ਗਏ ਜੀਵਾਂ ਦੇ ਰੂਪ, ਆਕਾਰ, ਰੰਗ, ਕਾਲੇ, ਪੀਲੇ, ਗੋਰੇ ਆਦਿ, ਬੇਸ, ਭੇਖ ਕੇ ਕਿਤਨੇ ਹੀ ਇਹ ਸਭ ਦੇਖਣ ਲੱਗ ਜਾਂਦੇ ਨੇ ਉਹਨਾਂ ਨੂੰ। ਕੋਟ ਬ੍ਰਹਮੇ ਜਗ ਸਾਜਣ ਲਾਏ, ਕਰੋੜਾਂ ਬ੍ਰਹਮੇ ਜਿਹੜੇ, ਇੱਕ ਨਹੀਂ ਬ੍ਰਹਮਾ, ਕਿੰਨੇ ਬ੍ਰਹਮਾ ਨੇ ਜਿਹੜੇ ਸਾਜਣ ਲਾਏ। ਸੋ ਜਿਸ ਤਰ੍ਹਾਂ ਰਿਖੀ ਬਗਦਾਲ ਜੀ ਹੋਇਆ, ਇਹ ਚਿਰੰਜੀਵੀ ਮੰਨੇ ਆ। ਅਤੇ ਇੱਕ ਵਾਰ ਬਗਦਾਲ ਰਿਖੀ ਦੇ ਆਸ਼ਰਮ ਦੇ ਉੱਤੇ ਬ੍ਰਹਮਾ ਜੀ ਆ ਗਏ।
ਤੇ ਉਹ ਬ੍ਰਹਮਾ ਦੇ 4 ਮੂੰਹ ਹੈ। ਤੇ ਜਿਸ ਵੇਲੇ ਬਗਦਾਵ ਰਿਖੀ ਕੋਲ ਆਇਆ, ਉਹਦੇ ਅੰਦਰ ਅਹੰ ਭਾਗ ਫੁਰਿਆ ਕੀ ਹੈ? ਕਹਿੰਦਾ ਵੀ ਇਹ ਬ੍ਰਹਮਾ ਤਾਂ ਮੇਰੇ ਅੱਗੇ ਬਾਲਕ ਹੀ ਹੈ, ਮੈਂ ਇਹਦੇ ਅੱਗੇ ਕਿਉਂ ਉੱਠ ਕੇ ਖੜਾ ਹੋਵਾਂ? ਇਹੋ ਜਿਹੇ ਬੱਚੇ ਅਨੇਕਾਂ ਜੰਮੇ, ਮੇਰੀ ਜ਼ਿੰਦਗੀ ਅਨੇਕਾਂ ਮਰੇ ਹੈ, ਕਿਉਂਕਿ ਇਹਦੀ ਵੱਡੀ ਉਮਰ ਹੈ, ਚਿਰੰਜੀਵੀ ਹੈ। ਹੁਣ ਪਰਮੇਸ਼ਰ ਨੂੰ ਹਰਜੂ ਅਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਤੇ ਉਧਰ ਬ੍ਰਹਮਾ ਨੂੰ ਹੰਕਾਰ ਹੋ ਗਿਆ। ਕਹਿੰਦਾ ਇਹ ਉੱਠ ਕੇ ਮੇਰੇ ਅੱਗੇ ਖੜਾ ਨਹੀਂ ਹੋਇਆ, ਮੇਰੇ 4 ਮੂੰਹ ਹੈ, ਸ੍ਰਿਸ਼ਟੀ ਦਾ ਰਚੈਤਾ ਹੈ ਮੈਂ, ਇਹ ਆਪਣੇ ਆਪ ਨੂੰ ਕੀ ਸਮਝ ਰਿਹਾ? ਇਹ ਇਕੱਲੇ ਬ੍ਰਹਮਿਆਂ ਦੀ ਤੇ ਬਗਦਾਲ ਰਿਖੀ ਦੀ ਗੱਲ ਨਹੀਂ, ਅਨੇਕਾਂ ਗੁਰਸਿੱਖਾਂ 'ਚ ਦੇਖਿਆ ਵੀ ਇਹ ਮੈਨੂੰ ਫਤਿਹ ਬੁਲਾਵੇ, ਮੈਂ ਵੱਡਾ। ਉਹ ਦੂਆ ਕਹਿੰਦਾ ਵੀ ਇਹ ਮੈਂ ਕਿਉਂ ਫਤਿਹ ਬੁਲਾਵਾਂ? ਨਾ ਉਹ ਫਤਿਹ ਬੁਲਾਉਂਦਾ ਨਾ ਉਹ। ਕਈ ਵਾਰ ਤਾਂ ਇੱਕ ਦੂਜੇ ਨੂੰ ਦੇਖਦੇ ਹੀ ਲੰਘ ਜਾਂਦੇ ਆ, ਫਤਿਹ ਨਹੀਂ ਬੁਲਾਉਂਦੇ। ਇਹ ਹੰਕਾਰ ਸਾਡੇ 'ਚ ਕਿਹੜਾ ਨਹੀਂ ਹੈ, ਜਗੀ ਵੀ ਰਿਸ਼ੀਆਂ 'ਚ ਹੁੰਦਾ, ਪਰ ਗੁਰੂ ਨੂੰ ਪਾਉਂਦਾ ਨਹੀਂ। ਮਹਾਰਾਜ ਨੇ ਕਿਹਾ ਜਿਹੜਾ ਪਹਿਲਾਂ ਫਤਿਹ ਬੁਲਾਊਗਾ ਮੇਰਾ, ਉਹਦੇ ਵੱਲ ਮੁੱਖ ਹੋਊਗਾ, ਪ੍ਰਤੱਖ ਦਰਸ਼ਨਾਂ ਦਾ ਮਹੱਤਵ ਮਿਲੂਗਾ। ਖੈਰ ਇਹ ਪ੍ਰਕਰਨ ਵੱਖਰਾ ਹੈ। ਪਰਮਾਤਮਾ ਨੂੰ ਭਾਇਆ ਨਾ, ਉਹਨਾਂ ਨੇ ਆਪਣੀ ਸ਼ਕਤੀ ਦੀ ਇਹੋ ਜਿਹੀ ਹਵਾ ਚਲਾਈ, ਬਗਦਾਲ ਵੀ ਉਡਾ ਦਿੱਤਾ ਤੇ ਬ੍ਰਹਮਾ ਵੀ, ਦੋਨੋਂ ਨੂੰ ਉਡਾ ਕੇ ਕਿਸੇ ਹੋਰ ਬ੍ਰਹਮੰਡ 'ਚ ਮਾਰਿਆ ਭਗਾ ਕੇ। ਉੱਥੇ ਗਾਹਾਂ ਦੇਖਿਆ 8 ਮੂੰਹਾਂ ਵਾਲਾ ਬ੍ਰਹਮਾ ਬੈਠਾ। ਪਰਮਾਤਮਾ ਕੀ ਨਹੀਂ ਕਰ ਸਕਦਾ ਭਾਈ? ਚਾਹੇ ਆਪ ਹੀ ਰੂਪ ਧਾਰਨ ਕਰਕੇ ਦੇਖੇ ਹੁਣ, ਚਾਹੇ ਬ੍ਰਹਮੰਡ ਹੈ, ਇਹ ਵਾਹਿਗੁਰੂ ਜਾਣੇ। ਫਿਰ ਕਹਿੰਦੇ ਉਹਨੂੰ ਹੰਕਾਰ ਹੋ ਗਿਆ ਕਿ 4 ਮੂੰਹਾਂ ਵਾਲਾ ਬ੍ਰਹਮਾ ਮੇਰੇ ਦਰਸ਼ਨ ਕਰਨ ਆਇਆ, ਬਗਦਾਲ ਰਿਖੀ ਆਇਆ। ਪਰਮਾਤਮਾ ਨੇ ਉਹਨੂੰ ਵੀ ਉਠਾ ਲਿਆ। ਫਿਰ 16 ਮੂੰਹ ਵਾਲਾ, ਫਿਰ 32 ਵਾਲਾ, ਫਿਰ 64 ਵਾਲਾ, ਇਹ ਵੱਧਦੀ ਗਈ ਗਿਣਤੀ। ਹੰਕਾਰ ਅੱਗੇ ਤੋਂ ਅੱਗੇ ਬਿਮਾਰੀ, ਜਿਵੇਂ ਹੁਣ ਕਰੋਨਾ ਫੈਲਿਆ ਹੋਇਆ ਨਾ, ਇਹ ਹੰਕਾਰ ਦਾ ਕਰੋਨਾ ਇੱਦੋਂ ਵੀ ਮਾੜਾ ਹੈ। ਤੇ ਅਖੀਰ ਦੇ ਵਿੱਚ ਆਪਾਂ ਚਲੀਏ, ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸਾਰਾ ਪ੍ਰਸੰਗ। ਇੱਕ ਅਜਿਹੇ ਬ੍ਰਹਮੰਡ 'ਚ ਮਾਰਿਆ ਭਗਾ ਕੇ ਨਾ, ਸਾਰਿਆਂ ਵਿੱਚ ਬ੍ਰਹਮਿਆਂ ਨੂੰ, ਵਿੱਚ ਬਗਦਾਲ ਰਿਖੀ ਨੂੰ। ਉੱਥੇ 1000 ਮੂੰਹ ਵਾਲਾ ਬ੍ਰਹਮਾ ਬੈਠਾ। ਹੁਣ ਇਹ ਕਹਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਹੈ। ਮੇਰਾ ਖਿਆਲ ਹੈ ਵੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਾ ਲਿਖੀ ਹੁੰਦੀ ਤਾਂ ਸਭ ਤੋਂ ਵੱਡੀ ਗੱਪ ਇਹਨੂੰ ਕਿਹਾ ਜਾਣਾ ਸੀ ਵੀ ਆਹ ਦੇਖੋ ਜੀ 1000 ਮੂੰਹ ਵਾਲਾ ਬਈ ਕਿਤੇ ਬੰਦਾ ਹੋ ਸਕਦਾ। ਤੇ ਫਿਰ ਵੀ ਸ਼ੇਸ਼ਨਾਗ ਕਿਵੇਂ ਹੋ ਗਿਆ? ਸਹਿਸ ਬਣੀ ਸੇਖ ਅੰਤ ਨਾ ਜਨੇ, ਗੁਰਬਾਣੀ 'ਚ ਕਿਉਂ ਆ ਗਿਆ? ਇਸ ਕਰਕੇ ਸ਼ੰਕਾ ਵਾਲਿਆਂ ਦਾ ਇੱਕ ਆਪਣਾ ਮਤ ਹੈ, ਸਿੱਧੇ ਰਸਤੇ ਚਲੋ ਜਾਓ, ਗੁਣ ਮਾਰਗ ਸੂਧੇ ਚਲੋ, ਖਲ ਨਿੰਦਾ ਡਰ ਡਾਰ, ਬਿਦ ਖਲ ਕਛੂ ਐਸੇ ਰਚੇ, ਗੁਣ ਕੋ ਦੋਖ ਵਿਚਾਰ। ਸਿਧਾਂਤ ਲੈਣਾ ਆਪਾਂ ਨੇ। 1000 ਮੂੰਹਾਂ ਵਾਲੇ ਨੇ ਦੇਖਿਆ ਵੀ ਇੰਨੇ ਬ੍ਰਹਮੇ ਚੱਲ ਕੇ ਆਏ ਨੇ, ਬਗਦਾਲ ਰਿਖੀ ਆਇਆ, ਉਹ ਆਸਣ ਤੇ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਅੱਗੇ ਹੋ ਕੇ, ਆਓ ਜੀ। ਸਾਰੀ ਸਭਾ ਸਜ ਗਈ, ਸਾਰਿਆਂ ਦਾ ਸਵਾਗਤ ਕੀਤਾ। ਉਹ ਹੱਥ ਜੋੜ ਕੇ ਪੁੱਛਦਾ, ਹੇ ਬ੍ਰਹਮਿਓ, ਹੇ ਬਗਦਾਲ ਰਿਸ਼ੀ ਜੀ, ਕਿਵੇਂ ਦਰਸ਼ਨ ਦਿੱਤੇ ਤੁਸੀਂ? ਉਹ ਕਹਿੰਦੇ ਜੀ ਦਰਸ਼ਨ ਕਾਹਦੇ ਦੇਣੇ ਆ, ਸਾਡਾ ਤਾਂ ਇਸ ਤਰ੍ਹਾਂ ਸੀ, ਸਾਨੂੰ ਹੰਕਾਰ ਹੋ ਗਿਆ ਸੀ, ਇਹ ਕੁਛ ਰੱਬੀ ਭਾਣਾ ਹੈ ਜਾਂ ਵਰਤ ਵਿਆ ਵੀ ਉਹ ਚੱਕ ਕੇ ਸਾਨੂੰ ਪਾਉਣ ਨੇ ਇੱਥੇ, ਤੁਹਾਡੇ ਦਰਸ਼ਨ ਕਰਾ ਦਿੱਤੇ। ਕਹਿੰਦਾ ਕੀ ਹੰਕਾਰ ਹੋ ਗਿਆ ਸੀ? ਬ੍ਰਹਮਾ ਕਹਿੰਦਾ ਮੈਨੂੰ 4 ਮੂੰਹਾਂ ਦਾ, ਦੂਜਾ ਕਹਿੰਦਾ 8 ਵਾਲੇ ਦਾ, 16 ਵਾਲੇ ਦਾ, 32 ਵਾਲੇ ਦਾ, 64 ਵਾਲੇ ਦਾ। ਅਖੀ ਜੀ ਮੂੰਹਾਂ ਦਾ ਹੀ ਹੰਕਾਰ ਹੋ ਗਿਆ। ਕਹਿਣ ਲੱਗਾ ਮੇਰੇ 1000 ਮੂੰਹ ਹੈ, ਮੈਨੂੰ ਤਾਂ ਕਦੇ ਹੋਇਆ ਨਹੀਂ, ਇਹ ਬਿਮਾਰੀ ਤੁਹਾਨੂੰ ਕਿਉਂ ਲੱਗ ਗਈ? ਕਹਿੰਦਾ ਪਤਾ ਅਸਲ ਗੱਲ ਕੀ ਹੈ? ਮਹਾਰਾਜ ਸਾਹਿਬ ਨੇ ਇਹ ਸਾਰਾ ਪ੍ਰਸੰਗ 10ਮ ਗ੍ਰੰਥ 'ਚ ਗਰੀਬ ਨਿਵਾਸ ਸਤਿਗੁਰੂ ਕਹਿੰਦੇ ਨੇ, ਸਹੰਸ ਮੁਖਨ ਕਾ ਬ੍ਰਹਮਾ ਦੇਖਾ, ਤਉ ਨ ਤੁਮਰਾ ਅੰਤ ਬਸੇਖਾ। ਹੇ ਵਾਹਿਗੁਰੂ, ਤੇਰਾ ਕੋਈ ਅੰਤ ਨਹੀਂ ਹੈ। ਤੇ ਉਸ ਨੇ ਕਿਹਾ, ਕਹਿਣ ਲੱਗਿਆ ਭਾਈ ਅਸਲੀ ਗੱਲ ਤਾਂ ਇਹ ਹੈ, ਕਹਿੰਦੇ ਤੈਨੂੰ ਮਾਣ ਕਿਉਂ ਨਹੀਂ ਫੁਰਿਆ, ਸਾਨੂੰ ਫੁਰਦਾ ਰਿਹਾ। ਕਹਿੰਦਾ ਵੀ ਮੈਨੂੰ ਇਹ ਗਿਆਨ ਹੈ ਵੀ ਮੇਰੇ ਵਰਗੇ 1000 ਮੂੰਹ ਵਾਲੇ ਅਕਾਲ ਪੁਰਖ ਦੀ ਦੇਹ 'ਚ ਕਰੋੜਾਂ ਹੀ ਬ੍ਰਹਮਾ ਤੇ ਕਰੋੜਾਂ ਹੀ ਸ਼ਿਵ ਜੀ, ਕਰੋੜਾਂ ਹੀ ਵਿਸ਼ਨੂੰ ਤੁਰੇ ਫਿਰਦੇ ਆ। ਮਾਣ ਕਿਹੜੀ ਗੱਲ ਦਾ ਕਰਾਂ? ਪਰਮਾਤਮਾ ਬੇਅੰਤ ਹੈ। ਕਾਲ ਪੁਰਖ ਕੀ ਦੇਵੋਂ ਕੋਟਿ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋੜ ਜਲੇਸ਼। ब्रह्मा और विष्णु के ते वेद और पुराण के ते सिमरत समूह के हुए बताए हैं। इस करके ब्रह्मे किन्ने कन कहते कोई हिसाब किताब नहीं। कहते ब्रह्मे घाड़त घड़ी है रूप रंग के वेश। ये पंक्ति के उत्ते सी यह विचार जड़ी सी अनेकों रूपां रंगां दे
ਇੰਦਰ ਨਾਮੇ ਬ੍ਰਾਹਮਣ ਦੇ 10 ਪੁੱਤਰ ਹੋਏ। ਉਹਨਾਂ ਨੇ ਤਪੱਸਿਆ ਕੀਤੀ ਕਿ ਅਸੀਂ ਜੀ ਸ੍ਰਿਸ਼ਟੀ ਬ੍ਰਹਮੇ ਬਣ ਕੇ ਸਾਜੀਏ। ਪਰਮਾਤਮਾ ਨੇ ਕਹਿਤਾ ਜਾਓ ਤਥਾਸਤੂ। ਬ੍ਰਹਮਾ ਤਪ ਕਰਦੇ ਹੀ ਰਹਿ ਗਿਆ। ਉਹਨੇ 10 ਸ੍ਰਿਸ਼ਟੀਆਂ ਸਾਜਤੀਆਂ। ਅੱਖਾਂ ਖੋਲ੍ਹ ਕੇ ਕਹਿੰਦਾ ਓਏ ਇਹ ਕੌਣ, ਕਿੱਥੋਂ ਆ ਗਏ ਤੁਸੀਂ? ਕਹਿੰਦੇ ਅਸੀਂ ਵੀ ਬ੍ਰਹਮੇ ਆ। ਅਖੇ ਤੁਸੀਂ ਕਿੱਥੋਂ ਬ੍ਰਹਮਾ ਹੋ ਗਏ? ਮੈਂ ਤਾਂ ਤਪੱਸਿਆ ਕਰਦਾ ਸੀ। ਅਕਾਲ ਪੁਰਖ ਨੇ ਆਕਾਸ਼ਬਾਣੀ ਦੁਆਰਾ ਕਿਹਾ ਬ੍ਰਹਮੇ ਮਾਣ ਨਾ ਕਰ, ਤੂੰ ਆਪਣੀ ਸ੍ਰਿਸ਼ਟੀ ਰਚ, ਤੇਰਾ ਵੱਖਰਾ ਕੰਮ ਹੈ। ਮੇਰੇ ਅਨੇਕਾਂ ਹੀ ਬ੍ਰਹਮੇ ਪੈਦਾ ਤੇਰੇ ਵਰਗੇ ਕੀਤੇ ਹੋਏ ਨੇ, ਤੂੰ ਆਪਣਾ ਕੰਮ ਕਰ, ਇਹ ਆਪਣਾ ਕੰਮ ਕਰਨਗੇ। ਕੋਟ ਬ੍ਰਹਮੇ ਜਗ ਸਾਜਣ। ਇਸ ਕਰਕੇ ਉਹਦਾ ਕੋਈ ਅੰਤ ਨਹੀਂ। ਇਹ ਦ੍ਰਿਸ਼ਟੀ ਫਿਰ ਖੁੱਲ੍ਹਦੀ ਹੈ ਬ੍ਰਹਮ ਵੇਤਿਆਂ ਦੀ। ਉਹ ਦੇਖਦੇ ਹਨ ਕੀਤਿਆ ਕਰਮ ਭੂਮੀ ਮੇਰ ਕੀਤੇ, ਕੀਤੇ ਤੂੰ ਉਪਦੇਸ਼। ਇਹਦਾ ਭਾਈ ਵਿਸਰਾਮ ਦਾ ਧਿਆਨ ਰੱਖਿਓ। ਇੱਕ ਜਮਕ ਲਾਉਣੀ ਹੈ ਤੇ ਦੂਜਾ ਵਿਸਰਾਮ ਹੈ ਖਾਸ। ਇਹ ਮੇਰ ਕੀਤੇ ਤੇ ਵਿਸਰਾਮ ਖਾਸ ਹੈ। ਕੀਤੇ ਕਿੰਨੀਆਂ ਕਰਮ ਭੂਮੀਆਂ ਹਨ। ਅਨਕ ਬਸਦਾ ਅਨਕ ਕਾਮ ਧੇਨ ਕਿਹਾ ਹੈ। ਮੇਰ ਕੀਤੇ, ਮੇਰ ਸਮੇਰ ਪਰਬਤ ਪੁਰਾਣਾਂ ਦੇ ਵਿੱਚ 86,000 ਯੋਜਨ ਉੱਚਾ ਅਤੇ 14,000 ਯੋਜਨ ਧਰਤੀ ਵਿੱਚ ਗੱਡਿਆ ਹੋਇਆ। ਇਹ ਪੁਰਾਣਕ ਮਤ ਅਨੁਸਾਰ ਇਹ ਸਾਰਾ ਸੋਨੇ ਦੀ ਬਹੁਲਤਾ ਮੰਨੀ ਗਈ ਹੈ। ਇਹਦੇ ਵਿੱਚ ਸੋਨੇ ਦਾ ਮੰਨਿਆ, ਜਿਸ ਕਰਕੇ ਸੋਨੇ ਦਾ ਪਹਾੜ ਕਿਹਾ ਜਾਂਦਾ। ਉੱਪਰ ਤੋਂ ਚੌੜਾ ਹੈ, ਹੇਠਾਂ ਤੋਂ ਡੰਡੀ ਵਰਗਾ ਹੈ। ਜਿਵੇਂ ਛਤਰੀ ਹੁੰਦੀ ਹੈ ਨਾ, ਇਸ ਤਰ੍ਹਾਂ ਹੈ। ਸਵਰਗ ਆਦਿ ਦੇਵਤੇ ਕਹਿੰਦੇ ਇੱਥੇ ਹੀ ਵਸਦੇ ਨੇ। ਗੁਰਮਤਿ ਦੇ ਵਿੱਚ ਇਹਦੇ ਲਈ ਐਸਾ ਕਥਨ ਹੈ ਅਨਕ ਵਰਨ ਅਨਕ ਕਨਕ ਸਮੇਰ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ। ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਇਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੂਨ ਸਹਿਜ ਪੜ੍ਹਦੇ ਹੋ। ਕੀਤੇ ਤੂੰ ਉਪਦੇਸ਼, ਕਿਤਨੇ ਹੀ ਧਰੂ ਮੰਡਲ, ਕਿਤਨੇ ਉਹਨਾਂ ਦੇ ਉਪ ਸਮੀਪ ਰਹਿਣ ਵਾਲੇ ਹੋਰ ਦੇਸ਼ ਨੇ, ਕਿਤਨੇ ਉਪ ਉੱਪਰਲੇ ਆਕਾਸ਼ ਦੇਸ਼ ਨੇ, ਕਿਤਨੇ ਧਰੂ ਭਗਤ, ਕਿਤਨੇ ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਨੇ। ਇੱਕ ਨਾਰਦ ਨਹੀਂ ਕਹਿੰਦੇ, ਕਿੰਨੇ ਨਾਰਦ ਨੇ। ਇਹ ਦ੍ਰਿਸ਼ਟੀ ਦੇ ਵਿੱਚ ਉਹਨਾਂ ਨੂੰ ਆਉਣ ਲੱਗ ਜਾਂਦਾ ਹੈ। ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ। ਇਹਦੇ 'ਚ ਭਾਈ ਫੇਰ ਤੁਸੀਂ ਕੀਤੇ ਕੀਤੇ ਸ਼ਬਦ ਵਿੱਚ ਉਲਝਣਾ ਨਹੀਂ। ਵਿਸਰਾਮ ਪੂਰਾ ਨਿਖਰ ਕੇ ਜਿਵੇਂ ਲਾਇਆ ਭਾਈ ਸਾਹਿਬ ਹੋਰਾਂ ਨੇ, ਇੱਕ ਜਮਕ ਇੱਕ ਵਿਸਰਾਮ। ਕੀਤੇ ਇੰਦ ਚੰਦ ਸੂਰ ਕੀਤੇ, ਉੱਥੇ ਥੋੜ੍ਹਾ ਜਿਹਾ ਰੁਕਣਾ। ਇੱਥੇ ਕੀਤੇ ਤੇ ਵਿਸਰਾਮ ਹੈ। ਅਗਲਾ ਕੀਤੇ ਅੱਗੇ ਲੈ ਜਾਣਾ। ਕੀਤੇ ਕਿਤਨੇ ਸਵਰਗ ਦੇ ਰਾਜੇ ਇੰਦਰ ਹਨ। 14 ਇੰਦਰ ਵਿਨਾਸ਼ ਕਾਲ। ਬ੍ਰਹਮੇ ਦਾ ਇੱਕ ਦਿਵਸ ਵਿਹਾਵ ਹੈ। ਭਾਈ ਗੁਰਦਾਸ ਨੇ ਲਿਖਿਆ ਚਾਰੇ ਯੁੱਗਾਂ ਦੀਆਂ 72 ਚੌਂਕੜੀਆਂ ਉਦੋਂ ਤੱਕ ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਜਦੋਂ 14 ਇੰਦਰ ਸਮਾਪਤ ਹੋ ਜਾਣ ਤਾਂ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ। ਫਿਰ 100 ਸਾਲ ਦੀ ਉਮਰ ਬ੍ਰਹਮਾ ਦੀ ਹੈ। ਧੰਦੇ ਹੀ ਬ੍ਰਹਮਾ ਮਰਿਆ, ਲੋਮਸ ਦਾ ਇੱਕ ਰੋਮ ਛਿਜਾਵੇ। ਇਹ ਧੰਦਿਆਂ ਦੇ ਵਿੱਚ ਬ੍ਰਹਮਾ ਮਰ ਜਾਂਦਾ ਹੈ, ਜਿਹੜਾ ਉਹਨੂੰ ਧੰਦਾ ਦਿੱਤਾ ਹੋਇਆ ਹੈ। ਅਤੇ ਲੋਮਸ ਰਿਸ਼ੀ ਇੱਕ ਰੋਮ ਪੁੱਟ ਦਿੰਦਾ ਹੈ, ਕਹਿੰਦਾ ਵੀ ਬ੍ਰਹਮਾ ਮਰ ਗਿਆ, ਉਹਨੇ ਰੱਖੀ ਆ ਨਿਸ਼ਾਨੀ ਇਹ। ਇਸ ਕਰਕੇ ਕਹਿੰਦਾ ਰੋਜ਼ ਇਹ ਬ੍ਰਹਮੇ ਮਰਦੇ ਰਹਿੰਦੇ ਨੇ। ਹਿੰਦੂ ਮਤ ਦੇ ਵਿੱਚ ਹੈ ਨਾ, ਇਹ ਫਿਰ ਸਿਰ ਮੂੰਹ ਬਣਾ ਦਿੰਦੇ ਜਦੋਂ ਕੋਈ ਮਰਦਾ ਹੈ, ਉਹ ਇੱਕ ਰੋਮ ਪੁੱਟਦਾ, ਐਸੀਆਂ ਆਖਿਆਨਾਂ। ਇਸ ਕਰਕੇ ਬੇਅੰਤ ਹੈ। ਕੀਤੇ ਕਿਤਨੇ ਹੀ ਚੰਦ ਚੰਦਰਮਾ, ਸੂਰ ਸੂਰਜ, ਕਿਤਨੀ ਮੰਡਲ 400 ਕੋਹ ਦਾ ਗੋਲਾਕਾਰ ਇਲਾਕਾ ਜਿਹੜਾ ਉਹਨੂੰ ਮੰਡਲ ਕਹਿੰਦੇ ਨੇ। ਕਿਤਨੇ ਮੰਡਲ ਦੇਸ਼ ਹਨ, ਕਿੰਨੇ ਭਾਰਤ ਹੈ, ਜਿਵੇਂ ਚੀਨ, ਰੂਸ, ਪਾਕਿਸਤਾਨ ਆਦਿ। ਅਤੇ ਅਨਕ ਇੰਦਰ ਉਭੇ ਦਰਬਾਰ, ਅਨਕ ਸੂਰ ਸੱਸੀਏ ਨਖੇਤਰ ਕਿਹਾ ਹੈ। ਅਤੇ ਇਹ ਸਭ ਕੁਝ ਬਹੁਲਤਾ ਨਜ਼ਰ ਆਉਂਦੀ ਹੈ ਤਤਵੇਤਿਆਂ ਨੂੰ। ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ। ਇਉਂ ਇਹ ਪੌੜੀ ਦੀ ਇੱਕ ਜਮਕ ਤੇ ਇੱਕ ਵਿਸਰਾਮ। ਬੁੱਧ ਦੇ ਉੱਤੇ ਜਮਕ, ਕੀਤੇ ਦੇ ਉੱਤੇ ਵਿਸਰਾਮ। ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ। ਹੇ ਸਿੱਧੋ ਤੁਸੀਂ ਸਿੱਧ ਲੋਕ ਵੀ ਕਿਤਨੇ ਹੀ ਹੋ। ਕਿਤਨੇ ਬੁੱਧ ਬੁੱਧੀਮਾਨ, ਬੁੱਧ ਆਦਿਕ ਗ੍ਰਹਿ ਉਹ ਵੀ ਕਿੰਨੇ ਨੇ, ਬੁੱਧ ਅਵਤਾਰ ਵੀ ਕਿੰਨੇ ਨੇ, ਮਹਾਤਮਾ ਬੁੱਧ ਆਦਿ ਜਿਹੜੇ ਨੇ। ਨਾਥ ਕਿਤਨੇ, ਗੋਰਖਨਾਥ, ਮਛੰਦਰਨਾਥ, ਚਰਪਟਨਾਥ, ਘੁੱਗੂਨਾਥ, ਮੰਗਲਨਾਥ, ਗੋਪੀਨਾਥ, ਇਹ ਸਾਰੇ ਭਰਤਰੀਨਾਥ, ਈਸ਼ਰਨਾਥ, ਇਹ ਵੀ ਤਾਂ ਤੁਸੀਂ ਨੌਨਾਥ ਕਹਾਉਂਦੇ ਆਪ ਨੂੰ। ਕਿੰਨੇ ਨੇ, ਕਿੰਨੇ ਦੇਵੀਆਂ ਦੇ ਵੇਸ ਸਰੂਪ ਦੇ ਵਿੱਚ। 9 ਕਰੋੜ ਦੁਰਗਾ, 96 ਕਰੋੜ ਦੇਵੀਆਂ ਮੰਨੀਆਂ ਗ੍ਰੰਥਾਂ ਦੇ ਅੰਦਰ। ਦੁਰਗਾ ਕੋਟ ਜਾ ਕੇ ਮਰਦਨ ਕਰੈ। ਭਗਵਾਨ ਵਿਸ਼ਨੂੰ ਜੀ ਦੇ ਕਰੋੜਾਂ ਦੁਰਗਾ ਕਹਿੰਦੇ ਬਟਨਾਂ ਮਲਣ ਲਈ ਰੱਖੀਆਂ ਹੋਈਆਂ, ਜੋ ਦੈਤਾਂ ਨੂੰ ਮਾਰਨ ਦਾ ਮਿਟਾਉਣ ਵਾਲੀਆਂ ਨੇ, ਅਤੇ ਭਗਵਾਨ ਨਾਲ ਸ਼ਾਦੀ ਕਰਾਉਣ ਵਾਸਤੇ ਇੱਛਾ ਧਰ ਕੇ ਸੇਵਾ ਕਰਦੀਆਂ ਨੇ, ਭਗਵਾਨ ਸਾਨੂੰ ਵਰ ਲਵੇ। ਕਿਤਨੇ ਲੋਕ ਦੇਵੀ ਵੇਸ਼, ਦੇਵੀਆਂ ਦੇ ਭੇਸ ਬਣਾ ਕੇ ਫਿਰਦੇ ਹੈ।
100 ਸੁਹਾਗਣ ਆਦਿਕ ਵਰਗੇ ਜੀ। ਕੇਤੇ ਦੇਵ ਦਾਨਵ ਮੁਨ ਕੇਤੇ ਰਤਨ ਸਮੁੰਦ। ਦੋਨਾਂ ਕੇਤਿਆਂ ਦੇ ਵਿਚਾਲੇ ਬਸ ਵਿਸਰਾਮ, ਇੱਕ ਵਾਰੀ ਉਹ ਸਮਝ ਲਓ, ਵਾਰ-ਵਾਰ ਨਾ ਦੱਸਣਾ ਪਵੇ। ਦਾਨਵ ਦੇ ਉੱਤੇ ਜਮਕ, ਕੇਤੇ ਦੇਵ ਦਾਨਵ ਮੁਨ ਕੇਤੇ ਰਤਨ ਸਮੁੰਦ। ਕਿਤਨੇ ਦੇਵ ਦੇਵਤੇ, 33 ਕਰੋੜ ਦੇਵਤੇ ਮੰਨੇ ਆ ਜਿਹੜੇ ਅਣਜਾਣ ਸੰਗਿਆ ਵਾਲੇ ਬ੍ਰਹਮਾ ਦੇ ਸੰਕਰਮਣਾ ਪੈਦਾ ਹੋਏ। ਕੇਤੇ ਦਾਨਵ ਰਾਖਸ਼, ਉਹ ਵੀ ਕਿੰਨੇ ਨੇ। ਜਿਵੇਂ ਦਨਜ ਦਕਸ਼ ਦੀ ਪੁੱਤਰੀ ਅਤੇ ਕਸ਼ਪ ਦੀ ਇਸਤਰੀ ਤੋਂ ਪੈਦਾ ਹੋਣ ਵਾਲੇ ਜਿਹੜੇ, ਤੇ ਉਹਨਾਂ ਦਾ ਨਾਮ ਮਨ ਮੁਨੀ ਭਾਵ ਮਨਨਸ਼ੀਲ, ਉਹ ਵੀ ਕਿਤਨੇ ਕਿਤਨੇ ਨੇ, ਤੇ ਕਿਹਾ ਹੀ ਨਹੀਂ ਜਾ ਸਕਦਾ ਹੈ। ਜਨਕ ਜਨਕ ਬੈਠੇ ਸਿੰਘਾਸਨ, 9 ਮੁਨੀ ਧੂਰ ਲੈ ਲਾਵੈ ਗੋ। ਇਹ 9 ਮੁਨੀ ਤੇ 9 ਉਹਨਾਂ ਦੀਆਂ ਘਰ ਵਾਲੀਆਂ। ਮਰੀਚ ਹੈ, ਇਹਦੇ ਘਰ ਵਾਲੀ ਦਾ ਨਾਂ ਕਲਾ ਹੈ। ਅੰਗਰਾ ਹੈ, ਇਹ ਮੁਨੀ ਦਾ ਨਾਂ, ਇਹਦੇ ਘਰ ਵਾਲੀ ਦਾ ਨਾਂ ਸ਼ਰਧਾ ਹੈ। ਤੇ ਪੁਲ ਹੈ, ਇਹਦੇ ਘਰ ਵਾਲੀ ਦਾ ਨਾਂ ਗਤੀ ਹੈ। ਤੇ ਕਰਤੂਆ, ਇਹਦੇ ਘਰ ਵਾਲੀ ਦਾ ਨਾਂ ਕਿਰਿਆ ਹੈ। ਅਤਰ ਰਿਸ਼ੀ ਹੈ, ਇਹਦੇ ਘਰ ਵਾਲੀ ਦਾ ਨਾਂ ਅਨਸੂ ਹੈ। ਪਲਸਤਿਆ ਹੈ, ਇਹਦੇ ਘਰ ਵਾਲੀ ਦਾ ਹਰ ਭੁਗ ਹੈ। ਭਿਰਗੂ, ਇਹਦੇ ਘਰ ਵਾਲੀ ਦਾ ਨਾਂ ਖਿਆਤੀ ਹੈ। ਤੇ ਅਥਵਨ ਐਸਾ ਇਹਦਾ ਨਾਮ ਹੈ, ਤੇ ਇਸ ਦੇ ਘਰ ਵਾਲੀ ਦਾ ਨਾਮ ਸ਼ਾਂਤੀ ਹੈ। ਤੇ ਵਸਿਸ਼ਟ ਮੁਨੀ ਜੀ ਹੈ, ਇਹਦੇ ਘਰ ਵਾਲੀ ਦਾ ਅਰਧੁੰਤੀ ਹੈ। ਅਰਧੁੰਤੀ ਐਸਾ ਨਾਮ ਹੈ। ਤੇ ਕੀਤੇ ਕਿਤਨੀ ਰਤਨ, ਸਮੁੰਦਰ ਮਸਮੇ 14 ਰਤਨ ਨਿਕਲੇ। ਸ੍ਰੀ ਮਨਰੰਭਾ ਬਾਰ ਨੇ ਇਤਿਹਾਸਕ ਇਹਨਾਂ ਦੇ ਨਾਮ ਹਨ। ਸੰਖ ਅਮੀ ਗਜਰਾਜ, ਬਿਗ ਤੇਨਕ ਸਸ਼ੀ ਕਲਪਤਾ ਧਨਕ ਧਨੰਤਰ ਬਾਜ ਕੇ ਹੈ। ਸਮੁੰਦਰ ਵੀ ਕਿੰਨੇ, 7 ਸਮੁੰਦਰ, ਖੀਰ ਸਮੁੰਦਰ ਹੈ, ਬਿਕ ਸਮੁੰਦਰ, ਕਿਰਤ ਸਮੁੰਦਰ, ਸ਼ਰਾਬ ਸਮੁੰਦਰ, ਮਧ ਸਮੁੰਦਰ। ਤੇ ਇਸ ਕਰਕੇ ਵੇਖਿਆ ਮਦਰਾ ਕਿਰਤ ਖੀਰ ਹੋਇਆ ਦਧੀ ਮਦ ਅਰਨੀਰ। ਸਪਤ ਸਮੁੰਦਰ ਪ੍ਰਾਤਨ ਪੁਰਾਨ ਮੇ ਗੁਨੀਅਨ ਭਨੇ ਗੰਭੀਰ। ਤੇ ਇਹ ਭੂਗੋਲ ਦੇ ਅਨੁਸਾਰ ਜਿਹੜੇ ਹੁਣ ਇਹ ਪੜ੍ਹੇ ਲਿਖੇ ਲਿਖਦੇ ਆ, ਮੰਨਦੇ ਆ, ਕਹਿੰਦੇ ਜੀ ਅੰਧ ਮਹਾਸਾਗਰ, ਸੁਸਤ ਮਹਾਸਾਗਰ, ਤੀਸਰਾ ਹਿੰਦ ਮਹਾਸਾਗਰ, ਚੌਥਾ ਉੱਤਰੀ ਧਰੁਵ ਮਹਾਸਾਗਰ, ਪੰਜਵਾਂ ਦੱਖਣੀ ਧਰੁਵ ਮਹਾਸਾਗਰ, ਛੇਵਾਂ ਲਾਲ ਮਹਾਸਾਗਰ, ਸੱਤਵਾਂ ਰੂਮ ਸਾਗਰ। ਕਿਤਨੀ ਰਤਨ ਸਮੁੰਦਰ, ਸਮੁੰਦਰੀ ਰਤਨ ਜੋ ਸਮੁੰਦਰਾਂ ਚੋਂ ਹੀ ਨਿਕਲਦੇ ਆ। ਕਿਤਨੀ ਰਤਨ ਅਤ ਗੁਣਵਾਨ ਮਨੁੱਖ, ਜਿਨ੍ਹਾਂ ਨੂੰ ਰਤਨ ਕਿਹਾ ਜਾਂਦਾ ਹੈ। ਜਿਵੇਂ ਅਕਬਰ ਨੇ 9 ਰਤਨ, ਤੇ ਪੰਥ ਦੇ ਵਿੱਚ ਕਈ ਪੰਥ ਰਤਨ, ਇਹਨਾਂ ਨੂੰ ਖਿਤਾਬ ਦਿੱਤੇ ਜਾਂਦੇ। ਇਹ ਵੀ ਕੋਈ ਅੰਤ ਨਹੀਂ, ਕਿੰਨੇ ਕਹਾਣ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਖਾਣੀ ਤੇ ਜਮਕ, ਬਾਣੀ ਦੇ ਉੱਤੇ ਵਿਸਰਾਮ। ਕੇਤੇ ਕਿਤਨੀਆਂ ਹੀ ਖਾਣੀਆਂ ਜਿਨ੍ਹਾਂ ਦੁਆਰਾ ਸੰਸਾਰ ਦੀ ਪੈਦਾਇਸ਼ ਹੁੰਦੀ ਹੈ। ਅੰਡਜ ਜੇਰਜ ਸੇਤਜ ਉਤਪਜ ਬਹੁ ਪ੍ਰਕਾਰੀ ਪਾਲਕਾ। ਅੰਡਜ ਜੇਰ ਸੇਤਜ ਕੀਨੀ, ਉਤਪਜ ਖਾਨ ਬਹੁ ਰਚ ਦੀਨੀ। ਕਿਤਨੀਆਂ ਖਾਣੇ ਕੀ ਹੈ, ਖਾਣਾ ਲੋਹੇ ਦੀ ਖਾਣ, ਕੋਲਿਆਂ ਦੀ ਖਾਣ, ਸੋਨੇ ਦੀ ਖਾਣ, ਚਾਂਦੀ ਦੀ ਖਾਣ। ਕੇਤੀਆਂ ਬਾਣੀ, ਕਿੰਨੀਆਂ ਬਾਣੀਆਂ, ਜਿਵੇਂ 4 ਬਾਣੀਆਂ ਕਈਆਂ ਨੇ। ਇਹ ਜਿਹੜੀਆਂ ਪਰਾ ਬਸੰਤੀ ਮਧਮਾ ਚੌਥੀ ਬੈਖਰੀ ਆਹੇ। ਬਾਣੀ 4 ਪ੍ਰਕਾਰ ਕੀ, ਨਾਮ ਜਪਤ ਸਫਲਾਏ। ਨਾਮ ਜਪ ਕੇ ਸਫਲੀਆਂ ਹੁੰਦੀਆਂ ਹਨ। ਪਰਾ ਬਾਣੀ ਇਹ ਨਾਭੀ ਵਿੱਚ ਫੁਰਨਾ ਰੂਪ ਹੋ ਕੇ ਫੁਰਦੀ ਹੈ। ਸਮਝਣ ਦੀ ਲੋੜ ਹੈ ਚਾਰੇ ਬਾਣੀਆਂ ਨੂੰ। ਬੈਖਰੀ ਮਧਮ ਬਸੰਤੀ ਪਰਾ, ਇਹਦੀ ਸ਼ੁਰੂਆਤ ਧੁਨੀ ਤੋਂ ਸਮਝਣ ਵਾਸਤੇ। ਪਰਾ ਇਹ ਸਾਡੇ ਸਰੀਰ ਦਾ ਧੁਰਾ ਹੈ। ਇੱਥੋਂ ਸਾਡੇ ਸਰੀਰ ਦਾ ਵਿਕਾਸ ਹੋਇਆ ਹੈ। ਇੱਥੋਂ ਹੀ ਪਰਮਾਰਥੀ ਜੀਵਨ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਵੀ ਧੁਰਾ ਪਰਾ ਬਾਣੀ ਹੋਈ ਹੈ। ਪਾਉਣ ਦੀ ਗੰਢ ਇੱਥੇ ਹੀ ਹੈ। ਨਾ ਪਵਨ ਘਰ ਆਸਣ, ਵੈਸੇ ਨਾਭੀ ਦਾ ਆਸਣ ਹੀ ਇੱਥੇ ਹੈ। ਤੋ ਇਸ ਕਰਕੇ ਨਾਭੀ ਬਾਣੀ ਫੁਰਨਾ ਰੂਪ ਹੋ ਕਰਕੇ, ਨਾਭੀ ਦੇ ਵਿੱਚ ਇਹਨੂੰ ਪਰਾ ਬਾਣੀ ਕਹਿੰਦੇ ਨੇ। ਫੁਰਨਾ ਰੂਪ ਹੋ ਕਰਕੇ ਰਹਿੰਦੀ ਹੈ। ਬਸੰਤੀ ਦੂਜੇ ਨੰਬਰ ਤੇ, ਨਾਭੀ ਤੋਂ ਉੱਠ ਕੇ ਹਿਰਦੇ ਵਿੱਚ ਧੁਨੀ ਰੂਪ ਹੋ ਕੇ ਸ਼ਬਦ ਦੀ ਆਵਾਜ਼ ਆਉਂਦੀ ਹੈ, ਇਹਨੂੰ ਬਸੰਤੀ ਕਹਿੰਦੇ ਨੇ। ਫਿਰ ਆ ਗਈ ਮਧਮਾ, ਹਿਰਦੇ ਤੋਂ ਉੱਠ ਕੇ ਕੰਠ ਵਿੱਚ ਆਇਆ ਸ਼ਬਦ, ਜਿਵੇਂ ਬਾਬਾ ਮੋਹਨ ਜੀ ਕੰਠ ਵਿੱਚ ਜਾਪ ਕਰਿਆ ਕਰਦੇ ਸੀ, ਤੇ ਉਸ ਨੂੰ ਮਧਮਾ ਕਹਿੰਦੇ ਨੇ। ਬੈਖਰੀ ਮੁੱਖ ਚੋਂ ਉਚਾਰਨ ਹੋਇਆ ਸ਼ਬਦ, ਜਿਹੜਾ ਦੂਜੇ ਦੇ ਕੰਨਾਂ ਤੋਂ ਹੀ ਸੁਣ ਕੇ ਪਤਾ ਲੱਗਦਾ ਵੀ ਕੀ ਕਹਿ ਰਿਹਾ। ਹੋਰ ਵੀ ਕਿਤਨੀਆਂ ਬਾਣੀਆਂ, 4 ਬਾਣੀਆਂ ਜਿਹੜੀਆਂ ਨੇ ਉਹ ਬ੍ਰਹਮੰਡ ਦੀਆਂ ਕਥਨ ਕੀਤੀਆਂ ਨੇ। ਜਿਵੇਂ ਕਿ ਤਾਂਤਕ ਬਾਣੀ ਹੈ, ਇਹਦੇ 'ਚ ਤੱਤਾਂ ਦੀ ਆਵਾਜ਼ ਹੁੰਦੀ ਹੈ। ਉਹ ਕਿਸ ਤਰ੍ਹਾਂ ਆਉਂਦੀ ਹੈ? ਹਵਾ ਦੇ ਵਿੱਚ ਜਿਹੜੀ ਆਵਾਜ਼ ਹੈ, ਸਾਂ ਦੀ ਆਵਾਜ਼ ਹੈ, ਇਹ ਹਵਾ ਦੀ ਆਵਾਜ਼ ਹੈ। ਅੱਗ ਦੀ ਆਵਾਜ਼ ਹੈ ਜੀ, ਭੜ ਦੀ ਆਵਾਜ਼ ਹੈ। ਪਾਣੀ ਦੀ ਆਵਾਜ਼ ਚੁਲ ਦੀ ਆਵਾਜ਼ ਹੈ। ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਪਾਣੀ 'ਚੋਂ। ਆਕਾਸ਼ ਵਿੱਚੋਂ ਪ੍ਰਤੀਧੁਨ ਹੋ ਕੇ ਧਰਤੀ 'ਚੋਂ ਠੱਕ ਦੀ ਆਵਾਜ਼ ਹੈ।
ਇਹ ਤ੍ਰਿਗੁਣ ਆਤਮਕ ਜਿਹੜੀ ਬਾਣੀਆਂ, ਜੋ ਤਿੰਨ ਬਾਣੀਆਂ ਤੇ ਉਹਨਾਂ ਗੁਣਾਂ ਨੂੰ ਵਿਸ਼ੇ ਕਰਦੀ ਹੈ। ਤ੍ਰੈਗੁਣ ਆਤਮਕ ਬਾਣੀ ਜੋ ਤਿੰਨ ਮਾਇਆ ਦੇ ਗੁਣਾਂ ਨੂੰ ਵਿਸ਼ੇ ਕਰਦੀ ਹੈ। ਇਹ ਗੱਲ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਦੂਸਰੇ ਅਧਿਆਇ ਵਿੱਚ ਕਹੀ ਹੈ। ਤ੍ਰੈ ਗੁਣ ਵਿਸ਼ੈ ਵੇਦਾ ਨਿਸਤਰੈ ਗੁਣਿਓ ਬਾਬਾ ਅਰਜਨ, ਕਿ ਭਾਵ ਹੈ ਅਰਜਨ ਤੂੰ ਇਹ ਸਿੱਖਿਆ ਲੈ, ਇਹ ਗਿਆਨ ਖੰਡ ਦੀ ਬਾਣੀ ਸਾਂਤਕੀ, ਕਰਮ ਖੰਡ ਦੀ ਬਾਣੀ ਰਾਜਸੀ, ਜਗ ਦੀ ਬਾਣੀ ਜਿਹੜੀ ਹੈ ਤਾਮਸੀ, ਮਹੀ ਤੱਤਵ ਬਾਣੀ ਕਿਸੇ ਨੂੰ ਇਲਾਹਮ ਹੋ ਜਾਂਦਾ ਹੈ, ਆਕਾਸ਼ ਬਾਣੀ ਹੋਈ ਉਹਨੂੰ ਕਹਿੰਦੇ ਨੇ। ਪ੍ਰਾਕਿਰਤਿਕ ਬਾਣੀ ਜਿਵੇਂ ਬੰਬ ਆਦਿ ਫਟਦਾ ਹੈ, ਪ੍ਰਕਿਰਤੀ ਦੀ ਧਮਾਕੇ ਦੀ ਬਾਣੀ ਹੈ। ਅਜਿਹੀਆਂ ਹੋਰ ਵੀ ਕਿੰਨੀਆਂ ਬਾਣੀਆਂ। ਕੇਤੇ ਪਾਤ ਨਰਿੰਦਰ, ਕੇਤ ਕਿਤਨੇ ਹੀ ਪਾਤ ਪਾਤਸ਼ਾਹ ਨਰਿੰਦਰ ਰਾਜੇ ਨੇ। ਕੇਤੇ ਕਿਤਨੇ ਹੀ ਪਾਤ ਤਖਤਾਂ ਉੱਤੇ ਬੈਠਣ ਵਾਲੇ, ਪਾਤ ਨਾ ਤਖਤ ਦਾ ਹੁੰਦਾ ਹੈ, ਨਰਿੰਦਰ ਰਾਜੇ ਨੇ, ਪਾਤ ਨਾਮ ਤਖਤ ਹੈ। ਕੇਤੇ ਕਿਤਨੇ ਹੀ ਪਾਤ ਨਰਿੰਦਰ ਰਾਜਿਆਂ ਦੀਆਂ ਪੰਤਾਂ ਪੰਗਤੀਆਂ, ਕਿਤਨੇ ਹੀ ਪਾਤ ਪਿਆਦੇ, ਕਿਤਨੇ ਹੀ ਨਰਿੰਦਰ ਰਾਜੇ, ਇਹਦਾ ਕੋਈ ਅੰਤ ਨਹੀਂ ਹੈ। ਕੇਤਿਆ ਸੁਰਤੇ ਸੇਵਕ ਕੇਤੇ, ਨਾਨਕ ਅੰਤ ਨ ਅੰਤ। ਇਹਦੇ ਭਾਈ ਦੋ ਜਮਕ ਤੇ ਇੱਕ ਵਿਸਰਾਮ। ਕੇਤਿਆ ਸੁਰਤੀ ਜਮਕ, ਸੇਵਕ ਕੇਤੇ ਵਿਸਰਾਮ, ਨਾਨਕ ਫਿਰ ਜਮਕ ਹੈ ਛੋਟੀ ਜੀ। ਸੰਥਿਆ ਪਕਾਉਣ ਵੇਲੇ ਆਪਣਾ ਧਿਆਨ ਰੱਖਣਾ। ਕੇਤਿਆਂ ਸੁਰਤੀ, ਕਿੰਨੀਆਂ ਹੀ ਸੁਰਤੀ ਵੇਦਾਂ ਦੀਆਂ ਸੁਰਤੀਆਂ ਨੇ, ਲੱਖ ਸੁਰਤੀ ਮੰਨੀਆਂ ਵੇਦ ਦੀ। ਕਿਤਨੀਆਂ ਸੁਰਤੀ ਬਿਰਤੀਆਂ ਨੇ, 5 ਪ੍ਰਕਾਰ ਦੀਆਂ ਬਿਰਤੀਆਂ, ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲਪ ਗ੍ਰੰਥਾਂ 'ਚ ਲਿਖੀਆਂ। ਕਿਤਨੀ ਹੀ ਸੁਰਤੀ ਵੇਦ ਸੁਰਤੀਆਂ ਪੜ੍ਹਨ ਵਾਲੇ ਉਹ ਵੀ ਬਹੁਤ ਨੇ। ਕਿੰਨੇ ਸੁਰਤੀ ਬਿਰਤੀ ਟਿਕਾਉਣ ਵਾਲੇ ਨੇ, ਜਗਿਆਸੂ ਸੇਵਕ। ਕਿਤਨੇ ਹੀ ਸੇਵਕ ਨੇ ਜੋ ਭਾਵਨਾ ਨਾਲ ਸੇਵਾ ਕਰਦੇ ਨੇ। ਕਿ ਹੇ ਸਿੱਧ ਪੁਰਸ਼ੋ, ਮਹਾਰਾਜ ਕਹਿੰਦੇ ਜਦੋਂ ਗਿਆਨ ਖੰਡ ਦੇ ਵਿੱਚ ਗਿਆਨ ਦੀ ਦ੍ਰਿਸ਼ਟੀ ਖੁੱਲ੍ਹਦੀ ਹੈ ਤਾਂ ਇਹ ਸਾਰਾ ਕੁਝ ਜੋ ਅਸੀਂ ਕਥਨ ਕੀਤਾ ਹੈ ਉਹਦੇ ਅਨੁਸਾਰ ਸੁਤੇ ਸਿੱਧੀ ਉਹਨੂੰ ਨਜ਼ਰ ਆਉਣ ਲੱਗ ਜਾਂਦਾ। ਇਹ ਉਹਨਾਂ ਦਾ ਨਜ਼ਰੀਆ ਦੱਸਿਆ ਤੁਹਾਨੂੰ। ਭਾਵ ਗਿਆਨੀ ਦੀ ਦ੍ਰਿਸ਼ਟੀ ਇਹ ਸੰਸਾਰ ਨੂੰ ਹੱਥ ਤੇ ਰੱਖੇ ਆਵਲੇ ਦੀ ਤਰ੍ਹਾਂ ਸਾਫ਼ ਨਜ਼ਰ ਆਉਣ ਲੱਗ ਜਾਂਦੀ ਹੈ। ਨਾਨਕ ਅੰਤ ਨਾ ਅੰਤ, ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ, ਇਹ ਦਿਸਣ ਵਾਲੇ ਸੰਸਾਰ ਦਾ ਉਸ ਗਿਆਨ ਖੰਡੀ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਅੰਤ ਨਹੀਂ ਆਉਂਦਾ, ਸਗੋਂ ਹੋਰ ਦ੍ਰਿਸ਼ਟੀ ਦਾ, ਦ੍ਰਿਸ਼ਟਾ ਦਾ ਹੋਰ ਅੱਗੇ ਤੋਂ ਅੱਗੇ ਨਜ਼ਰ ਆ ਰਿਹਾ। ਦ੍ਰਿਸ਼ਟਾ ਦਾ ਅੰਤ ਹੋ ਜਾਂਦਾ, ਪਰ ਇਹ ਦ੍ਰਿਸ਼ਟੀ ਜਿਹੜੀ ਆਉਣ ਦਿਖਣ ਵਾਲੀਆਂ ਚੀਜ਼ਾਂ ਪਰਮਾਤਮਾ ਨੇ ਐਸੀਆਂ ਰਚਦਾ, ਉਹਦਾ ਕੋਈ ਅੰਤ ਨਹੀਂ ਹੁੰਦਾ। ਉਸ ਗਿਆਨ ਖੰਡੀ ਦਾ ਅੰਤ ਲੈਣ ਵਾਲੇ ਦਾ ਅੰਤ ਹੋ ਜਾਂਦਾ ਹੈ। ਉਹ ਗਿਆਨ ਖੰਡ ਵਾਲਾ ਇਹ ਜਾਣ ਲੈਂਦਾ ਹੈ ਕਿ ਨਾ ਉਸ ਦੀ ਰਚਨਾ ਦਾ ਅੰਤ ਹੈ ਤੇ ਨਾ ਹੀ ਉਹ ਕਰਤਾ ਪ੍ਰਭੂ ਹੈ ਜਿਹੜਾ ਉਹਦਾ ਕੋਈ ਅੰਤ ਹੈ। ਇਹ ਸ੍ਰਿਸ਼ਟੀ ਅੰਦਰਵਚਨੀ ਹੋ ਜਾਂਦੀ ਹੈ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ। ਸੋ ਇਸ ਕਰਕੇ ਇਹ ਸਭ ਜਿੰਨਾ ਕਿ ਇੱਥੇ ਤੱਕ ਹਾਲ ਗਿਆਨ ਖੰਡ ਵਾਲਿਆਂ ਦੀ ਅਵਸਥਾ ਕਥਨ ਕੀਤੀ ਹੈ ਨਾ, ਇਹਨੂੰ ਸਮਝੋ ਚੌਥੀ ਭੂਮਿਕਾ ਸਤੂਆ ਪਾਦਕ ਦਾ ਕਥਨ ਕੀਤਾ ਗਿਆ ਹੈ। ਸਤ ਭੂਮਿਕਾ ਚੱਲਦੇ ਨੇ, ਸੁਵਿਚਾ ਸੁਵਿਚਾਰ ਨਾ ਤਨੁ, ਸਤੂਆ ਪਾਦਕ, ਇਹ ਸਤੂਆ ਪਾਦਕਾ ਜੀ ਦੀ ਅੱਜ ਵਿਚਾਰ ਹੋ ਰਹੀ ਹੈ। ਇਹ ਕੁਛ ਗਿਆਨ ਦੀਆਂ ਵਿਚਾਰਾਂ ਜਿਹੜੀਆਂ ਬਹੁਤੀ ਇਕਾਗਰਤਾ ਮੰਗਦੀਆਂ, ਬੜੀ ਮਿਹਨਤ ਮੰਗਦੀਆਂ। ਜਿਹੜੀ ਗੱਲ ਅੱਜ ਨਹੀਂ ਸਮਝੀ, ਬਾਰ-ਬਾਰ ਇਹਨੂੰ ਪਕਾਓਗੇ, ਸੁਣੋਗੇ, ਬਿਲਕੁਲ ਸਮਝ ਆਉਣ ਲੱਗਣਗੀਆਂ। ਇਹ ਸਭ ਕੁਛ ਜਿਹੜਾ ਉੱਪਰ ਕਥਨ ਕੀਤਾ ਹੈ, ਇਸ ਅਵਸਥਾ ਦੇ ਲਈ ਬ੍ਰਹਮ ਬੇਤਿਆਂ ਲਈ ਇਹ ਸਭ ਕੁਛ ਕਲਪਿਤ ਹੀ ਹੈ। ਅਖੀਰ ਦੇ ਰਿਜ਼ਲਟ ਕੀ ਹੈ? ਬ੍ਰਹਮ ਬੇਤਿਆਂ ਲਈ ਸਭ ਕੁਛ ਕਲਪਿਤ ਹੈ। ਉਹਨਾਂ ਦੀ ਦ੍ਰਿਸ਼ਟੀ ਤਾਂ ਕੇਵਲ ਇੱਕੋ ਬ੍ਰਹਮ ਹੀ ਹੈ। ਸਾਰੇ ਗਿਣਿਆ ਵੀ ਉਹਦੀ ਦ੍ਰਿਸ਼ਟੀ ਦੇਖਣ ਲੱਗ ਜਾਂਦਾ ਸਭ ਕੁਝ, ਪਰ ਕਿਵੇਂ ਦਿਸਦਾ? ਬ੍ਰਹਮ ਬੇਤ ਨੂੰ ਬ੍ਰਹਮ ਰੂਪ ਹੋ ਕਰਕੇ ਦਿਖਦਾ। ਕਰੋੜਾਂ ਬ੍ਰਹਮੇ ਬ੍ਰਹਮ ਹੀ ਹੈ, ਕਰੋੜਾਂ ਇੰਦਰ, ਕਰੋੜਾਂ ਸ਼ਿਵ ਜੀ, ਕਰੋੜਾਂ ਬ੍ਰਹਮੰਡ, ਸਭ ਕੁਝ ਬ੍ਰਹਮੇ ਬ੍ਰਹਮ ਹੈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਇਸ ਪ੍ਰਕਾਰ ਉਹਦੀ ਦ੍ਰਿਸ਼ਟੀ ਹੋ ਜਾਂਦੀ ਹੈ। ਤੇ ਹੁਣ ਇਸ ਨੂੰ ਦੂਸਰੇ ਅਰਥ ਦੇ ਵਿੱਚ ਫਿਰ ਖੋਲਦੇ ਨੂੰ ਸੁਣੋ ਜੇ। ਧਰਮ ਖੰਡ ਕਾ ਇਹੋ ਧਰਮ। ਪਹਿਲੇ ਅਰਥ ਵਿੱਚ ਧਰਮ ਖੰਡੀਆਂ ਦਾ ਧਰਮ ਸੁਭਾਅ ਦੱਸਿਆ। ਤੇ ਧਰਮ ਖੰਡੀ ਕੌਣ ਹੁੰਦਾ ਹੈ? ਸਤਸੰਗੀ। ਇਹ ਪਿਛਲੀ ਪੌੜੀ ਨਾਲ ਸੰਬੰਧਿਤ ਵਿਚਾਰ ਹੈ। ਰਾਤੀ ਰੁੱਤੀ ਥਿੱਤੀ ਵਾਰ ਪੌੜੀ ਦੇ ਵਿੱਚ ਦੱਸਿਆ। ਹੁਣ ਗਿਆਨ ਖੰਡੀਆਂ ਦਾ ਕਰਮ ਦੱਸਦੇ ਆ। ਜਦੋਂ ਸਤਿਗੁਰ ਨੇ ਗੁਰਸਿੱਖਾਂ ਨੂੰ ਕਰਤਾਰਪੁਰ ਵਿਖੇ ਇਹ ਪੌੜੀ ਦਾ ਸਿਧਾਂਤ ਸਮਝਾਇਆ ਤਾਂ ਉਸ ਵੇਲੇ ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਗੁਰੂ ਨਾਨਕ ਸਾਹਿਬ ਨੇ, ਜਿਵੇਂ ਸਿੱਧ ਪ੍ਰਸ਼ਨ ਕਰਦੇ ਸੀ। ਗਰੀਬ ਨਵਾਜ ਆਪ ਜੀ ਨੇ ਗਿਆਨ ਖੰਡ ਦੀ ਅਵਸਥਾ ਤਾਂ ਦੱਸ ਦਿੱਤੀ ਹੈ ਕਿ ਉਹਨਾਂ ਦੀ ਇਹੋ ਜਿਹੀ ਅਵਸਥਾ ਹੁੰਦੀ ਹੈ, ਉਹਦੀ ਦ੍ਰਿਸ਼ਟੀ ਸਾਰਾ ਕੁਝ ਦਿਸਦਾ ਹੈ। ਵੀ ਜਿੱਥੇ ਤੁਸੀਂ ਕਿਰਪਾ ਕਰਕੇ ਇਹ ਦੱਸਿਆ ਉਹਨਾਂ ਦੀ ਅਵਸਥਾ ਨੂੰ, ਅਵਸਥਾ ਦੱਸ ਦਿੱਤੀ ਹੈ। ਗਿਆਨ ਖੰਡੀਆਂ ਦਾ ਕਰਮ ਜਿਹੜਾ ਕਰਤਵ ਉਹ ਨਹੀਂ ਦੱਸਿਆ ਆਪ ਜੀ ਨੇ। ਆਪ ਗਿਆਨ ਖੰਡੀਆਂ ਦਾ ਕਰਮ ਵੀ ਦੱਸੋ ਵੀ ਕੀ ਹੈ। ਇਹ ਅਵਸਥਾ ਕਥਨ ਕੀਤੀ ਹੈ ਤੁਸੀਂ।
ਅੱਗੇ ਕਰਤਵ ਦੱਸੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਫਰਮਾਇਆ, ਕਹਿੰਦੇ ਗੁਰਸਿੱਖੋ, ਗਿਆਨ ਖੰਡੀਆਂ ਦੇ ਕਰਮ ਅਨੇਕਾਂ ਨੇ, ਕਥਨ ਵਿੱਚ ਤਾਂ ਆ ਨਹੀਂ ਸਕਦੇ। ਜੋ ਗਿਆਨਵਾਨ ਪੁਰਸ਼ ਨੇ ਕਰਮ ਭਾਵੇਂ ਉਹ ਸਾਰੇ ਵੱਖਰੋ ਵੱਖਰੇ ਕਰਨਗੇ, ਪਰ ਉਹਨਾਂ ਦਾ ਗਿਆਨ ਇੱਕੋ ਹੀ ਹੈ। ਗਿਆਨ ਨਹੀਂ ਵੱਖਰੇ ਵੱਖਰੇ ਹੈ, ਇੱਕ ਅਕਾਲ ਪੁਰਖ ਵਿੱਚ, ਤੇ ਉਹ ਪਰਮੇਸ਼ਰ ਦੇ ਵਿੱਚ ਹੀ ਉਹਨਾਂ ਦਾ ਨਿਸ਼ਚਾ ਹੈ। ਅਗਿਆਨੀ ਥੋੜੇ ਪੁਰਸ਼ਾਂ ਦੇ ਵਿੱਚ ਅਨੇਕਾਂ ਮਤ ਹੁੰਦੇ ਨੇ, ਪਰ ਲੱਖਾਂ ਕਰੋੜਾਂ ਗਿਆਨਵਾਨਾਂ ਦਾ ਮਤਾ ਇੱਕ ਹੁੰਦਾ ਹੈ। 100 ਸਿਆਣਿਆਂ ਇੱਕ ਮਤ, ਮੂਰਖਾਂ ਆਪੋ ਆਪਣੀ। 100 ਸਿਆਣੇ ਇਕੱਠੇ ਕਰ ਲਓ, ਇੱਕੋ ਹੀ ਮਤ ਹੈ ਉਹਨਾਂ ਦੀ, ਗਿਆਨੀਆਂ ਦੀ। ਕੱਲਾ ਮੂਰਖ ਬਹੁਤ ਹੈ, 100 ਗੱਲਾਂ ਕੱਲਾ ਹੀ ਕਰੂਗਾ, ਜਿਹੜੀ ਹੁਣ ਕਰੀ ਹੈ ਕੱਲ ਨੂੰ ਹੋਰ ਕਰੂ, ਪਰਸੋਂ ਨੂੰ ਹੋਰ ਕਰੂਗਾ। ਇਹ ਨਿਸ਼ਾਨੀ ਹੈ ਮੂਰਖ ਦੀ। ਮੂਰਖ ਦੇ ਉੱਪਰ ਸਿੰਘ ਨਹੀਂ ਹੁੰਦੇ। ਜੇ ਤੁਸੀਂ ਕਹੋ ਵੀ ਮੂਰਖ ਦੇ ਸਿੰਘ ਹੋਣੇ ਨੇ, ਉਹਦੇ ਪੂੰਛ ਲੱਗੀ ਹੁੰਦੀ ਹੈ, ਤੁਸੀਂ ਦੇਖ ਲਓ ਜੀ ਇਹ ਸਿੰਘਾਂ ਵਾਲਾ ਮੂਰਖ ਹੈ। ਉਹ 100 ਸਿਆਣੇ ਇੱਕ ਮਤ, ਮੂਰਖਾਂ ਆਪੋ ਆਪਣੀ। ਮੂਰਖਾਂ ਸਿਰ ਮੂਰਖ ਜੇ ਮੰਗਣੇ ਨਹੀਂ, ਸਾਰੀ ਦੁਨੀਆ ਇੱਕ ਪਾਸੇ ਹੋ ਜਾਏ, ਸਾਰੇ ਧਰਮੀ ਇੱਕ ਪਾਸੇ ਹੋ ਜਾਣ, ਮੂਰਖ ਇਕੱਲਾ ਹੀ ਬਥੇਰਾ, ਇਕੱਲਾ ਹੀ ਮੁਕਾਬਲਾ ਕਰੀ ਜਾਓ, ਕਹੂਗਾ ਮੈਂ ਠੀਕ ਹਾਂ ਤੁਸੀਂ ਸਾਰੇ ਗਲਤ ਹੋ, ਸਾਰਿਆਂ ਧਰਮਾਂ ਵਾਲੇ ਗਲਤ ਨੇ, ਰੱਬ ਹੁੰਦਾ ਨਹੀਂ, ਇਹ ਕਹੂਗਾ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਵੀ ਲੱਖਾਂ ਕਰੋੜਾਂ ਗਿਆਨਵਾਨਾਂ ਦਾ ਇੱਕੋ ਹੀ ਮਤ ਹੁੰਦਾ ਹੈ। ਵੀ ਆਓ ਹੁਣ ਤੁਹਾਨੂੰ ਦੱਸਦੇ ਹਾਂ ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡੀਆਂ ਦਾ ਕਰਮ ਕਰਤਵ। ਕਰਮ ਦਾ ਅਰਥ ਤੇ ਕਰਤਵ ਸਮੇਂ ਕਰਤਵ ਆਖੋ ਆਖਦੇ ਹਾਂ। ਇਹ ਧਿਆਨ ਲਾ ਕੇ ਸੁਣੋ। ਤੇ ਉਹ ਕੀ ਹੈ ਦੱਸਦੇ ਹਨ ਜੀ। ਕੇਤੇ ਪਵਨ ਪਾਣੀ ਵੈ ਸੰਤਰ। ਅਣਗਿਣਤ ਹੀ ਬ੍ਰਹਮ ਬੇਤੇ ਪਵਨ ਤੋਂ। ਉਹ ਕਿਸ ਤਰ੍ਹਾਂ ਪੌਣਹਾਰੀ ਹੋ ਕੇ ਦਸਮ ਦੁਆਰ 'ਚ ਪ੍ਰਾਣ ਚੜਾਉਣ ਵਾਲੇ ਨੇ, ਇਹ ਕਰਤਵ ਕਰਦੇ ਹੈ। ਬ੍ਰਹਮ ਬੇਤੇ ਦਸਮ ਦੁਆਰ ਪ੍ਰਾਣ ਚੜਾਉਣ ਦੇ ਨੇ, ਯੋਗਾ ਕਰਦੇ ਨੇ। ਕਿਤਨੇ ਪੌਣ ਨੂੰ ਭਖਸ਼ਣ ਕਰਨ ਵਾਲੇ ਨੇ, ਪੌਣਹਾਰੀ ਨੇ, ਉਹਨਾਂ ਦਾ ਇਹ ਕਰਤਵ ਹੈ। ਬਹੁਤ ਸਾਰੇ ਪਾਣੀ ਜਲ ਵਿੱਚ ਖੜੇ ਰਹਿੰਦੇ ਹੈ ਬ੍ਰਹਮ ਬੇਤੇ, ਪਰ ਕਰਤਵ ਉਹਨਾਂ ਦਾ ਪਾਣੀ ਵਿੱਚ ਖੜ ਕੇ ਉੱਥੇ ਸਾਧਨਾ ਕਰਦੇ ਨੇ। ਕਿੰਤੂ ਕੋਈ ਨਹੀਂ। ਜੇ ਕੋਈ ਕਹੇ ਵੀ ਬ੍ਰਹਮ ਗਿਆਨੀ ਹੋ ਕੇ ਪਾਣੀ 'ਚ ਕਿਉਂ ਖੜਾ, ਕਿੰਨੇ ਜਲ ਧਾਰਾ ਕਰਦੇ ਹੈ। ਬਹੁਤ ਸਾਰੇ ਜੋ ਨਦੀਆਂ ਦੇ ਕਿਨਾਰੇ ਵਿਚਰਨ ਵਾਲੇ ਨੇ, ਨਦੀਆਂ ਦੇ ਕਿਨਾਰੇ ਕੁਟੀਆਂ ਬਣਾ ਕੇ ਰਹਿਣ ਵਾਲੇ ਨੇ। ਬਹੁਤ ਸਾਰੇ ਬ੍ਰਹਮ ਬੇਤੇ ਅਗਨੀ ਦੀਆਂ ਧੂਣੀਆਂ ਤਪਾਉਂਦੇ ਹੈ। ਬਹੁਤ ਸਾਰੇ ਪਾਣੀ ਦੀ ਨਿਆਈ ਨਿਰਲੇਪ ਰਹਿਣ ਵਾਲੇ ਨੇ। ਬਹੁਤ ਸਾਰੇ ਜਿਵੇਂ ਪੌਣ ਨਿਰਲੇਪ ਹੈ, ਤੇ ਇਸ ਤਰ੍ਹਾਂ ਨਿਰਲੇਪ ਉਹਨਾਂ ਦੀ ਬਿਰਤੀ ਹੋ ਗਈ ਹੈ। ਬਹੁਤ ਸਾਰੇ ਪਾਣੀ ਦੀ ਨਿਆਈ ਸ਼ਾਂਤ ਰਹਿਣ ਵਾਲੇ ਨੇ। ਬਹੁਤ ਸਾਰੇ ਬੇਸੰਤਰ ਅਗਨੀ ਦੀ ਨਿਆਈ ਤੇਜਸਵੀ ਸੁਭਾਅ ਵਾਲੇ ਨੇ, ਜਾਂ ਪ੍ਰਕਾਸ਼ ਵਾਲੇ ਗਿਆਨਵਾਨ। ਤੇ ਕਿਤਨੇ ਹੀ ਬ੍ਰਹਮ ਬੇਤੇ ਪਵਨ ਹਵਾ ਦੀ ਨਿਆਈ ਰਜੋਗੁਣੀ। ਉਹ ਕਿਵੇਂ ਵਿਸ਼ਵਾਮਿੱਤਰ ਸੀ, ਜਿਵੇਂ ਉਹਦੇ ਵਰਗੇ। ਪਾਣੀ ਦੀ ਨਿਆਈ ਸਤੋਗੁਣੀ ਸੁਭਾਅ ਵਾਲੇ ਵਸ਼ਿਸ਼ਠ ਆਦਿ ਵਰਗੇ। ਬੇਸੰਤਰੀ ਦੀ ਨਿਆਈ ਨਿਰਈ ਅੱਗ ਦੇ ਭਰੇ ਹੋ ਦਰਵਾਸ਼ਾ ਵਰਗੇ, ਪਰ ਹੈ ਬ੍ਰਹਮ ਬੇਤਾ, ਕ੍ਰਿਸ਼ਨ ਭਗਵਾਨ ਦਾ ਗੁਰੂ ਹੈ। ਤੋ ਇਸ ਕਰਕੇ ਵੱਖਰੇ ਵੱਖਰੇ ਮਹਾਰਾਜ ਕਹਿੰਦੇ ਕਿੰਨੇ ਹੀ ਬ੍ਰਹਮ ਬੇਤੇ ਪੌਣ ਦੀ ਪਰਲੋਂ ਆਉਣ ਸਮੇਂ, ਜਦੋਂ ਇਹ ਹਵਾ ਦੀ ਪਰਲੋਂ ਵੀ ਆਉਂਦੀ ਹੈ, ਤੇ ਕਿੰਨੇ ਬ੍ਰਹਮ ਬੇਤੇ ਪੌਣ ਦੀ ਪਰਲੋਂ ਆਉਣ ਤੋਂ ਪੌਣ ਰੂਪ ਹੋ ਜਾਂਦੇ ਨੇ, ਤੇ ਪਾਣੀ ਦੀ ਪਰਲੋਂ ਆਉਣ ਵੇਲੇ ਪਾਣੀ ਰੂਪ ਹੋ ਜਾਂਦੇ ਨੇ, ਅੱਗ ਦੀ ਪਰਲੋਂ ਆਉਣ ਵੇਲੇ ਅੱਗ ਰੂਪ ਹੋ ਜਾਂਦੇ ਨੇ। ਜਿਵੇਂ ਕਾਕ ਪਸੁੰਡ ਉਹਨੇ ਦੱਸਿਆ ਕਿ ਕਿਤਨੇ ਹੀ ਵੀ ਮੈਂ ਪਰਲੋਂ ਦਾ ਉਹੀ ਰੂਪ ਬਣ ਜਾਂਦਾ, ਇਸ ਕਰਕੇ ਮੈਂ ਚੰਗੀ। ਕਿਤਨੇ ਹੀ ਬ੍ਰਹਮ ਬੇਤੇ ਸੰਗਤਾਂ ਨੂੰ ਪਾਉਣ ਪ੍ਰਤੱਖ ਗੁਰੂ ਘਰ ਵਿੱਚ। ਬਾਬਾ ਬੁੱਢਾ ਸਾਹਿਬ ਪੱਖਾ ਚੱਲਦੇ ਹੈ ਤਾਂ ਬ੍ਰਹਮ ਗਿਆਨੀ। ਜੇ ਕਈ ਬ੍ਰਹਮ ਗਿਆਨ ਹੋ ਗਿਆ, ਹੁਣ ਪੱਖਾ ਚੱਲਣ ਦੀ ਕੀ ਲੋੜ ਹੈ। ਬਾਬਾ ਬੁੱਢਾ ਜੈਸੇ ਤੇ ਕਿਤਨੇ ਜਲ ਛਕਾਉਣ ਦੀ ਬ੍ਰਹਮ ਗਿਆਨੀ ਹੋਣ ਤੋਂ ਵੀ। ਗੁਰੂ ਅੰਗਦ ਸਾਹਿਬ ਮਹਾਰਾਜ ਦੇ 12 ਸਾਲ ਗਾਗਰਾਂ ਗੁਰੂ ਅਮਰਦਾਸ ਨੇ ਬ੍ਰਹਮ ਗਿਆਨੀ ਤਾਂ ਹੋ ਗਏ ਸੀ, ਤਾਂ ਹੀ ਜਲਾਹੇ ਨੂੰ ਬਚਨ ਫੁਰਿਆ ਨੇ ਜਿਹੜਾ ਕਿਹਾ ਸੀ। ਕਿਤਨੇ ਲੰਗਰ ਵਿੱਚ ਬੈਸੰਤ ਝੰਡਾ ਡਾਉਂਦੇ ਆ, ਬ੍ਰਹਮ ਗਿਆਨ ਹੋਇਆ ਵਾ, ਲੇਕਿਨ ਸੇਵਾ ਨਹੀਂ ਛੱਡ ਰਹੇ। ਇਸ ਕਰਕੇ ਇਹ ਕਰਤਵ ਉਹਨਾਂ ਦੇ ਬੇਅੰਤ ਹੀ ਹਨ। ਕੇਤੇ ਕਾਨ ਮਹੇਸ਼। ਕੇਤੇ ਕਿਤਨੇ ਹੀ ਕਾਨ ਕ੍ਰਿਸ਼ਨ ਦੇ ਰੂਪ ਵਿੱਚ, ਕਿਤਨੇ ਹੀ ਮਹੇਸ਼ ਸ਼ਿਵ ਜੀ ਦੇ ਰੂਪ 'ਚ। ਹੁਣ ਕ੍ਰਿਸ਼ਨ ਜੀ ਹੈ ਤਾਂ ਬ੍ਰਹਮ ਬੇਤੇ, ਤੇ ਕਰਤਵ ਦੇਖ ਲਓ। ਮਹੇਸ਼ ਸ਼ਿਵ ਜੀ ਹੈ ਬ੍ਰਹਮ ਬੇਤੇ। ਕਿਤਨੇ ਕਾਨ ਕ੍ਰਿਸ਼ਨ ਰੂਪ ਹੋ ਕੇ ਗੀਤਾ ਦਾ ਗਿਆਨ ਦੇਣ ਵਾਲੇ ਬ੍ਰਹਮ ਗਿਆਨੀ। ਕਿੰਨੇ ਸ਼ਿਵ ਰੂਪ ਹੋ ਕੇ ਜਿਵੇਂ ਪਾਰਵਤੀ ਨੂੰ ਗਿਆਨ ਦੇਣਾ ਕੀਤਾ ਹੈ, ਗਿਆਨ ਦੀ ਦਾਤ ਵੰਡਦੇ ਆ। ਜਿਵੇਂ ਸ਼ਿਵ ਜੀ ਨੇ ਗਿਆਨ ਦੀ ਦਾਤ ਵੰਡੀ ਨਾ ਪਾਰਵਤੀ ਨੂੰ, ਉਹ ਐਂ ਗਿਆਨ ਵੰਡਦੇ ਆ। ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਵੰਡਿਆ, ਐਂ ਉਹ ਗੀਤਾ ਦਾ ਉਪਦੇਸ਼ ਹੈ ਬ੍ਰਹਮ ਬੇਤੇ। ਇਸ ਕਰਕੇ ਇਹਨਾਂ ਦਾ ਕੋਈ ਅੰਤ ਨਹੀਂ। ਕਿੰਨੇ ਕ੍ਰਿਸ਼ਨ ਮਾਂਗ ਹੰਕਾਰ ਨੂੰ ਕੰਸ ਹੈ ਜਿਵੇਂ
ਜਿਵੇਂ ਉਹ ਕੰਸ ਨੂੰ ਪਟਕਾ ਕੇ ਧਰਤੀ ਤੇ ਮਾਰਿਆ, ਕ੍ਰਿਸ਼ਨ ਦਾ ਕਰਤਵ ਹੈ। ਬ੍ਰਹਮ ਵੇਤਿਆਂ ਦਾ ਕਰਤਵ ਕੀ ਹੈ? ਹੰਕਾਰ ਨੂੰ ਪਟਕ ਦਿੰਦੇ ਨੇ, ਧਰਤੀ ਤੇ ਮਾਰਦੇ, ਉਹਦੀਆਂ ਵਾਸ਼ਨਾਵਾਂ ਦੇ ਬਾਲਾਂ ਤੋਂ ਫੜ ਕੇ। ਕੀਰਤਨੀ ਸ਼ਿਵ ਜੀ ਦੀ ਨਿਆਈ, ਹਜ਼ਾਰਾਂ ਬਰੇ ਸਮਾਧੀਆਂ ਲਾਉਣ ਵਾਲੇ ਬ੍ਰਹਮ ਵੇਤੇ, ਜਿਵੇਂ ਸ਼ਿਵ ਜੀ ਸਮਾਧੀ ਲਾਉਂਦੇ। ਕਿਤਨੇ ਕ੍ਰਿਸ਼ਨ ਵਾਂਗ ਜਗਿਆਸੂਆਂ ਨੂੰ ਗੋਪੀਆਂ ਸਹਿਤ ਬ੍ਰਹਮ ਦਾ ਨਿਰਣਾ ਕਰਨ ਰੂਪ ਨਿਰਤਕਾਰੀ ਕਰਨ ਵਾਲੇ ਨੇ ਗਿਆਨਵਾਨ। ਭਗਵਾਨ ਕ੍ਰਿਸ਼ਨ ਗੋਪੀਆਂ 'ਚ ਨਿਰਤ ਕਰਦੇ ਆ, ਉਹ ਜਗਿਆਸੂਆਂ ਦੇ ਵਿੱਚ ਗਿਆਨ ਦੀ ਨਿਰਤਕਾਰੀ ਕਰਦੇ, ਗਿਆਨ ਸਿਖਾਉਂਦੇ ਨਾਨਾ ਪ੍ਰਕਾਰ ਦਾ, ਜਿਵੇਂ ਨਾਨਾ ਪ੍ਰਕਾਰ ਦੀ ਨਿਰਤਕਾਰੀ ਸਿਖਾਉਂਦੇ ਸੀ ਭਗਵਾਨ। ਕਿਤਨੇ ਸ਼ਿਵ ਜੀ ਤਰ੍ਹਾਂ ਅਸਰੀ ਸੰਪਦਾ ਦਾ ਨਾਸ਼ ਕਰਦੇ, ਜਿਵੇਂ ਉਹ ਸ੍ਰਿਸ਼ਟੀ ਦਾ ਨਾਸ਼ ਕਰਦਾ, ਉਹ ਕਾਮ ਕਰੋ ਲੋਭ ਮੋਹ ਦਾ ਨਾਸ਼ ਕਰਦੇ ਆ ਜਗਿਆਸੂਆਂ ਦਾ ਬ੍ਰਹਮ ਵੇਤੇ। ਕਿਤਨੇ ਕ੍ਰਿਸ਼ਨ ਦੀ ਨਿਆਈ ਭੋਗਾਂ ਵਿੱਚ ਨਿਰਲੇਪ ਰਹਿੰਦੇ ਆ, ਗ੍ਰਸਤੀ ਹੋਣ ਦੇ ਬਾਵਜੂਦ ਸ਼ਿਵ ਜੀ ਤਰ੍ਹਾਂ ਅਵਧੂਤ ਬਿਰਤੀ ਰੱਖਦੇ ਆ, ਆਤਮ ਰਸ ਵਿੱਚ ਮਗਨ ਰਹਿੰਦੇ ਨੇ, ਜਿਵੇਂ ਉਹ ਪ੍ਰਸੰਗ ਆਉਂਦਾ ਹੈ। ਕਿਉਂਕਿ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇ। ਉਹ ਪ੍ਰਸੰਗ ਆਉਂਦਾ ਵੀ ਇੱਕ ਵਾਰੀ ਗੋਪੀਆਂ ਇਕੱਠੀਆਂ ਹੋ ਕੇ ਭਗਵਾਨ ਕ੍ਰਿਸ਼ਨ ਨੂੰ ਕਹਿੰਦੀਆਂ ਵੀ ਅਸੀਂ ਗੁਰੂ ਦਰਬਾਸ਼ਾ ਦੇ ਦਰਸ਼ਨ ਕਰਨੇ। ਉਹ ਕਹਿੰਦਾ ਕਰ ਲਓ ਦਰਸ਼ਨ, ਵੀ ਜਮਨਾ ਤੋਂ ਪਾਰ ਉੱਥੇ ਝਾੜ ਸ਼ਿਸ਼ਰਿਆਂ ਦੇ ਤਪੱਸਿਆ ਕਰ ਰਿਹਾ। ਕਹਿੰਦੀ ਜੀ ਠੀਕ ਹੈ। ਹੁਣ ਮਰਿਆਦਾ ਹੈ, ਚੰਗੇਰਾਂ ਭਰ ਲੀਆਂ, ਥਾਲੀਆਂ ਭਰ ਲੀਆਂ ਪਦਾਰਥਾਂ ਦੀਆਂ, ਅਤੇ ਉਹ ਖਾਣ ਵਾਲਾ ਇੱਕ ਹੈ। ਹੁਣ 16,108 ਗੋਪੀਆਂ ਨੇ, ਅਤੇ ਕਈਆਂ ਨੇ ਚਲੋ ਵੱਧ ਘੱਟ ਵੀ ਗਿਣਤੀ ਗਈ ਹੋਊਗੀ, 16,308 ਵੀ ਕਹਿੰਦੇ ਆ, ਇਸ ਤਰ੍ਹਾਂ ਦੀ ਵਿਚਾਰ ਹੈ। ਉਹ ਸਾਰੀਆਂ ਇਕੱਠੀਆਂ ਹੋ ਕੇ ਚੱਲ ਪਈਆਂ ਅਤੇ ਭਗਵਾਨ ਨੂੰ ਕਹਿਣ ਲੱਗੀਆਂ ਜੀ ਪਾਣੀ ਬਹੁਤ ਹੈ ਜਮਨਾ 'ਚ, ਕੀ ਕਰੀਏ, ਲੰਘੀਏ ਕਿਵੇਂ? ਕਹਿੰਦੇ ਜਮਨਾ ਦੇ ਕਿਨਾਰੇ ਖੜ੍ਹ ਕੇ ਕਹਿ ਦਿਓ ਜੇ ਕ੍ਰਿਸ਼ਨ ਬਾਲ ਜਤੀ ਹੈ ਤਾਂ ਜਮਨਾ ਰਸਤਾ ਦੇ ਦੇਵੇ, ਜਾਓ ਰਸਤਾ ਮਿਲ ਜੂਗਾ। ਉਹ ਹੈਰਾਨ ਹੋ ਗਈਆਂ ਵੀ ਹੈਂ, ਆ ਕੇ ਕਿਹਾ ਕਿ ਜੇ ਭਗਵਾਨ ਕ੍ਰਿਸ਼ਨ ਜੀ ਬਾਲ ਜਤੀ ਨੇ, ਬਾਲ ਜਤੀ ਉਹ ਹੋ ਜਾਂਦਾ ਜਿਹਨੇ ਇਸਤਰੀ ਦਾ ਸਪਰਸ਼ ਹੀ ਨਹੀਂ ਕੀਤਾ ਹੈ, ਭੋਗਾ ਬਿਰਤੀ ਨਹੀਂ ਹੈ ਜਿਸ ਦੀ। ਜਮਨਾ ਨੇ ਰਾਹ ਦਿੱਤਾ, ਚਲੀਆਂ ਗਈਆਂ। ਦਰਵਾਸ਼ਾ ਨੇ ਕਿਹਾ ਪੁੱਤਰੀਏ ਕਿਵੇਂ ਆਈਆਂ? ਅਸੀਂ ਦਰਸ਼ਨ ਦੇਣ ਕਰਨ ਆਈਆਂ ਤੁਹਾਡੇ, ਅਤੇ ਦਰਸ਼ਨ ਕਰਨ ਵਾਸਤੇ ਕੁਛ ਭੇਟਾ ਵੀ ਆਇਆ ਤੁਹਾਡੇ ਖਾਣ ਵਾਸਤੇ। ਉਹਨੇ ਵਿਰਾਟ ਰੂਪ ਧਾਰਨ ਕਰਕੇ ਮੂੰਹ ਡਲਿਆ, ਕਹਿੰਦਾ ਮੂੰਹ 'ਚ ਸਿੱਟੀ ਜਾਓ, ਮੈਂ ਹੱਥ ਤਾਂ ਲਾਉਣਾ ਨਹੀਂ, ਖਾ ਗਿਆ ਸਾਰਾ ਕੁਛ। ਥਾਲੀਆਂ ਸਾਰੀਆਂ ਵਿਰਾਟ ਰੂਪ ਦੇ ਵਿੱਚ ਜਿਵੇਂ ਅੱਗ 'ਚ ਸਿੱਟੀ ਜਾਓ ਭਸਮ ਹੋਈ ਜਾਂਦਾ, ਉਹਦੇ 'ਚ ਸਮਰੱਥਾ ਸਿੱਧੀ ਦੇ ਬਲ ਨਾਲ ਸਾਰੀਆਂ ਜਿੰਨੀਆਂ ਥਾਲੀਆਂ ਸੀ ਭਸਮ ਕਰ ਦਿੱਤੀਆਂ, ਖਾ ਲਿਆ ਸਾਰਾ ਕੁਛ। ਹੈਰਾਨ ਰਹਿ ਗਈਆਂ ਵੀ ਕਿੰਨਾ ਕੁਛ ਖਾ ਗਿਆ। ਕਹਿੰਦੇ ਜਾਓ ਬੱਚੇ ਹੁਣ ਤੁਸੀਂ ਦਰਸ਼ਨ ਪਰਸ਼ਨ ਹੋ ਗਏ, ਰਿਸ਼ੀਆਂ ਦੇ ਕੋਲ ਵਾਲਾ ਨਹੀਂ ਬੈਠੀਦਾ। ਕਹਿੰਦੀ ਗੁਰਦੇਵ ਜਾਈਏ ਕਿਵੇਂ? ਕਹਿੰਦੇ ਕਿਵੇਂ ਜਿਵੇਂ ਆਈਆਂ ਸੀ ਓਕਣੇ ਚਲੀਆਂ ਜਾਓ। ਕਹਿੰਦੀ ਉਹ ਜਦੋਂ ਆਹ ਵਚਨ ਕਿਹਾ ਅਸੀਂ ਆਉਣ ਵੇਲੇ ਪੁੱਛਿਆ ਨਾ ਵੀ ਕਿਵੇਂ ਆਈਏ। ਕਹਿੰਦੇ ਫਿਰ ਜਾਣ ਵੇਲੇ ਤੁਸੀਂ ਜੇ ਆਹ ਵਚਨ ਕਿਹਾ, ਕਹਿੰਦੇ ਹੁਣ ਇੱਥੋਂ ਜਾਓ, ਜਾ ਕੇ ਕਿਨਾਰੇ 'ਤੇ ਖੜ੍ਹ ਕੇ ਕਹਿ ਦਿਓ ਜੇ ਦਰਵਾਸ਼ਾ ਪੌਣ ਆਹਾਰੀ ਹੈ। ਪੌਣ ਆਹਾਰੀ ਦਾ ਮਤਲਬ ਜਿਹੜਾ ਖਾਂਦਾ ਹੀ ਨਹੀਂ ਕੁਛ, ਜਮਨਾ ਰਾਹ ਦੇ ਦੇਵੇ। ਜਮਨਾ ਨੇ ਫੇਰ ਰਾਹ ਦਿੱਤਾ। ਉਹ ਕਹਿੰਦੀ ਆ ਭੈਣੇ ਜਿਹਾ ਜਿਹਾ ਗੁਰੂ ਇਹੋ ਜਿਹਾ ਚੇਲਾ, ਸਾਡੇ ਤਾਂ ਸਮਝ ਨਹੀਂ ਆ ਰਹੀ ਗੱਲ। ਬ੍ਰਹਮ ਵੇਤਿਆਂ ਦੀ ਗੱਲ ਕਰਤਵ ਕਿਵੇਂ ਸਮਝ ਆਵੇ? ਭਗਵਾਨ ਕ੍ਰਿਸ਼ਨ ਕੋਲ ਆ ਕੇ ਕਹਿੰਦੇ ਜੀ ਸਾਡੇ ਸਮਝ ਨਹੀਂ ਆਈ, 16,360 ਸਾਰੀਆਂ ਗੋਪੀਆਂ ਦੇ ਨਾਲ ਤੁਹਾਡੇ ਸਰੀਰਕ ਸੰਬੰਧ ਹੈ, ਅਤੇ ਤੁਸੀਂ ਬਾਲ ਜਤੀ ਕਿਵੇਂ ਹੋ ਗਏ? ਕਹਿੰਦੇ ਮੈਂ ਸਿੱਧੀ ਦੇ ਬਲ ਨਾਲ ਇੰਨੇ ਰੂਪ ਧਾਰਨ ਕਰਕੇ ਹਰੇਕ ਗੋਪੀ ਦੇ ਕੋਲ ਹਾਂ, ਪਰ ਮੈਂ ਨਹੀਂ ਹਾਂ, ਮੈਂ ਨਿਰਲੇਪ ਹਾਂ ਭੋਗਾਂ ਤੋਂ। ਕਿਉਂਕਿ ਇਹ ਤੁਹਾਡੀ ਉਹ ਇੱਛਾ ਸੀ ਜਿਹੜੀ ਤ੍ਰੇਤੇ ਦੇ ਵਿੱਚ ਸੀ, ਤੁਹਾਡੀ ਇੱਛਾ ਪੂਰੀ ਹੋ ਰਹੀ ਹੈ, ਮੈਂ ਨਿਰਲੇਪ ਹਾਂ। ਇਸ ਕਰਕੇ ਜਿਹੜਾ ਅਹੰ ਬਿਰਤੀ ਦੁਆਰਾ ਕਰਮ ਕੀਤਾ ਜਾਂਦਾ ਹੈ ਉਹਦਾ ਕਰਮ ਬਣਦਾ। ਮੈਂ ਤਾਂ ਭੋਗਦਾ ਹੋਇਆ ਅਭੋਗਤਾ ਹਾਂ। ਮੇਰਾ ਗੁਰੂ ਵੀ ਉਹ ਪਾਉਣ ਆ ਰਹੀ ਹੈ, ਉਹਨੂੰ ਕੋਈ ਇੱਛਾ ਨਹੀਂ ਸੀ, ਤੁਹਾਡੀ ਇੱਛਾ ਨੇ ਖਾਣੇ ਪਾ ਤੇ ਵਿਰਾਟ ਰੂਪ ਧਾਰਨ ਕਰਕੇ ਖਤਮ ਕਰ ਗਿਆ। ਇਸ ਕਰਕੇ ਕਿੰਨੇ ਇਹ ਇਸ ਪ੍ਰਕਾਰ ਦੇ ਜਿਹੜੇ ਉਹਨਾਂ ਦੇ ਕਰਤੱਵ ਨੇ, ਅਤੇ ਉਹਨਾਂ ਦੇ ਕਰਤਬਾਂ ਨੂੰ ਕੋਈ ਕਹਿ ਨਹੀਂ ਸਕਦਾ ਹੈ। ਕੇਤੇ ਬਰਮੇ ਘਾੜਤ ਘੜੀਐ ਹੈ, ਰੂਪ ਰੰਗ ਕੇ ਵੇਸ। ਅਤੇ ਉਹ ਗਿਆਨਵਾਨ ਕਿਤਨੇ ਹੀ ਗਿਆਨ ਖੰਡ ਵਾਲੇ ਜਿਹੜੇ ਬ੍ਰਹਮ ਵੇਤੇ ਬ੍ਰਹਮੇ ਵਾਂਗੂ ਜਗਿਆਸੂਆਂ ਦੇ ਹਿਰਦਿਆਂ ਦੇ ਵਿੱਚ ਸ਼ੁਭ ਗੁਣਾਂ ਦੀ ਘਾੜਤ ਘੜੀ ਹੈ, ਘੜਦੇ ਨੇ। ਕਿਤਨੇ ਹੀ ਦਿਲ ਦੀ ਸਫਾਈ ਰੂਪ, ਇਹ ਰੂਪ ਵਾਲੇ ਪ੍ਰਭੂ ਦੇ ਰੰਗ ਪ੍ਰੇਮ ਦੇ ਰੱਤੇ ਹੋਏ ਗਰੀਬੀ ਵੇਸ ਭੇਖ ਦੇ ਵਿੱਚ ਰਹਿੰਦੇ ਨੇ। ਦੀਸੈ ਸਭ ਸੰਗ ਰਹੇ ਹੈ ਅਲੇਪਾ, ਨਹਿ ਵਿਆਪਿਆ ਓਨ ਮਾਈ। ਦੀਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਇਹ ਬ੍ਰਹਮ ਵੇਤਿਆਂ ਦੇ ਕਰਤੱਵ ਹਨ ਜੇ। ਕੀਤਿਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ। ਕਿਤਨੇ ਗਿਆਨਵਾਨ ਕਰਮ ਭੂਮੀ ਭਾਰਤ ਵਰਸ਼ ਦੀ ਧਰਤੀ ਇਹਦੇ ਵਿੱਚ ਰਹਿਣ ਵਾਲੇ ਨੇ। ਕਿਤਨੀ ਮੇਰ ਸਮੇਰ ਪਰਬਤ ਤੇ
ਜਾਂ ਹੋਰ ਪਰਬਤਾਂ ਤੇ ਰਹਿਣ ਵਾਲੇ ਨੇ। ਕਿਤਨੇ ਧਰੂ ਲੋਕ ਉਹਦੇ ਉਪਦੇਸ਼ ਭਾਵ ਉਹਦੇ ਉੱਪਰਲੇ ਦੇਸ਼ ਦੇ ਵਿੱਚ ਰਹਿੰਦੇ ਨੇ। ਕਈ ਬ੍ਰਹਮ ਬੇਤੇ ਐਸੇ ਨੇ ਜਿਹੜੇ ਕਰਮ ਹੀ ਕਰਦੇ ਰਹਿੰਦੇ ਨੇ, ਭਾਵ ਸ੍ਰੇਸ਼ਟ ਪਰਉਪਕਾਰੀ ਕਰਮ ਗਏ ਬ੍ਰਹਮ ਗਿਆਨੀ ਪਰਉਪਕਾਰ ਉਮਹਾ, ਉਹਦੇ 'ਚ ਲੱਗੇ ਰਹਿੰਦੇ ਨੇ। ਕਿਤਨੇ ਹੀ ਭੂਮੀ ਦੀ ਤਰ੍ਹਾਂ ਖੇਮਾ ਵਾਲੇ ਗੁਣ ਧਾਰਨ ਰੱਖਦੇ ਨੇ, ਜੋ ਵਸਦਾ ਕੋ ਹੋਦਾ ਕੋਈ ਚੰਦਨ ਲੇਪ। ਕਿਤਨੀ ਮੇਰ ਸਮੇਰ ਤਰ੍ਹਾਂ ਅਚਲ ਬਿਰਤੀ ਰੱਖਣ ਵਾਲੇ ਨੇ, ਜਿਵੇਂ ਸਮੇਰ ਪਰਬਤ ਤੋਂ ਨਾ ਪਾਣੀ ਖਾਰ ਸਕਦਾ ਹੈ, ਨਾ ਅੱਗ ਨੂੰ ਫੂਕ ਸਕਦੀ ਹੈ, ਨਾ ਪੌਣ ਉਡਾ ਸਕਦੀ ਹੈ। ਇਸੇ ਪ੍ਰਕਾਰ ਤਤ ਬੇਤੇ ਪਦਾਰਥਾਂ ਰੂਪ ਪਾਣੀ ਵਿੱਚ ਖੁਰਦੇ ਨਹੀਂ, ਕਾਲ ਰੂਪੀ ਜਾਂ ਤ੍ਰਿਸ਼ਨਾ ਰੂਪੀ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ, ਬਾਸ਼ਨਾ ਰੂਪੀ ਪੌਣ ਉਡਾ ਨਹੀਂ ਸਕਦੀ। ਕੇਤੇ ਧਰੂ ਉਪਦੇਸ਼, ਤੇ ਕਈ ਧਰੂ ਭਗਤ ਦੀ ਤਰ੍ਹਾਂ ਅਚਲ ਪਦਵੀ ਜੀ ਟਿਕਣ ਵਾਲੇ, ਨਾਮ ਸਿਮਰਨ ਵਿੱਚ ਲੱਗੇ ਹੋਏ ਪੱਕੇ ਨਿਸ਼ਚੇ ਵਾਲੇ ਨੇ। ਕਿਤਨੇ ਧਰੂ ਭਗਤ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ, ਉਹਨੇ ਉਪਦੇਸ਼ ਦਿੱਤਾ ਸੀ ਨਾ, ਉਹਦੀ ਤਰ੍ਹਾਂ ਪ੍ਰੇਮਾ ਭਗਤੀ ਕਰਨ ਵਾਲੇ ਬ੍ਰਹਮ ਗਿਆਨੀ ਵੀ ਹਨ। ਉਹਨਾਂ ਦੇ ਅਨੇਕਾਂ ਹੀ ਕਰਤੱਵ ਹਨ। ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ। ਕਿਤਨੇ ਗਿਆਨਵਾਨ ਇੰਦਰ ਵਾਂਗ ਰਾਜ ਕਰਨ ਵਾਲੇ ਨੇ। ਕਈ ਚੰਦ ਚੰਦਰਮਾ ਦੀ ਤਰ੍ਹਾਂ ਸੀਤਲ ਸੁਭਾਅ ਵਾਲੇ ਨੇ, ਉਹਨਾਂ ਦੇ ਇਹ ਕਰਤੱਵ ਨੇ। ਕਈ ਸੂਰਜ ਦੀ ਨਿਆਂ ਜਗਿਆਸੂ ਨੂੰ ਹਿਰਦੇ ਵਿੱਚ ਗਿਆਨ ਰੂਪੀ ਪ੍ਰਕਾਸ਼ ਕਰਨ ਵਾਲੇ ਨੇ, ਐਸਾ ਕਰਤੱਵ ਕਰਦੇ ਨੇ। ਸੂਰਜ ਵਾਂਗ ਤੇਜ ਪ੍ਰਤਾਪ ਵਾਲੇ ਨੇ। ਕਿਤਨੇ ਮੰਡਲ ਸਮੂਹ ਦੇਸ਼ਾਂ ਦਾ ਭਰਮਣ ਕਰਨ ਵਾਲੇ ਤੁਰੇ ਫਿਰਦੇ ਆ, ਇਹ ਉਹਨਾਂ ਦੀ ਆਪਣੀ ਮਰਜ਼ੀ ਹੈ, ਸੋ ਇੱਛਾ ਅਨੁਸਾਰ ਦੇਸ਼ ਰਟਨ ਕਰਦੇ ਨੇ। ਦੇਸ਼ ਸਾਧਨਾਂ ਨੂੰ ਗ੍ਰਹਿਣ ਕਰਦੇ ਨੇ, ਦੇਸ਼ ਅੰਗਾਂ ਨੂੰ ਸੁਧਾਰਦੇ ਆ, ਜਿਵੇਂ ਜੋਗੀ ਆਦਿ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ। ਕਿਤਨੇ ਹੀ ਰਿੱਧੀਆਂ ਸਿੱਧੀਆਂ ਦੇ ਮਾਲਕ ਸਿੱਧ ਸਰੂਪ ਚ ਨੇ। ਤੁਹਾਡੇ ਵਿੱਚ ਕਹਿੰਦੇ ਬਹੁਤ ਨੇ ਇਸ ਤਰ੍ਹਾਂ ਦੇ ਬ੍ਰਹਮ ਗਿਆਨੀ। ਕਿਤਨੇ ਬੁੱਧ ਆਤਮ ਵਿਸ਼ੈਨੀ ਬੁੱਧ ਰੱਖਦੇ ਹੈ, ਬੁੱਧ ਗਿਆਨੀ ਹੋ ਕੇ ਗਿਆਨ ਵੰਡਦੇ ਹੈ। ਕਿਤਨੇ ਨਾਥ ਮਨ ਨੂੰ ਨੱਥਣ ਵਾਲੇ ਨੇ। ਕਿਤਨੇ ਨਾਥ ਮਾਲਕ ਪਰਮੇਸ਼ਰ ਦੇ ਬੁੱਧ ਬੋਧ ਗਿਆਨ ਦੀ ਸਿੱਧ ਪ੍ਰਾਪਤੀ, ਇਹ ਪ੍ਰਾਪਤੀ ਵਾਲੇ ਨੇ। ਕਿਤਨੇ ਦੇਵੀ ਵੇਸ, ਕਿਤਨੇ ਦੇਵੀ ਔਰਤਾਂ ਵਾਲੇ ਵੇਸ ਭੇਖ ਦੇ ਵਿੱਚ ਜਾਂ ਇਸ ਤਰ੍ਹਾਂ ਦਾ ਲਿਬਾਸ ਬਣਾ ਕੇ ਆਪਣੇ ਆਪ ਨੂੰ ਰੱਬ ਦੀਆਂ ਪਤਨੀਆਂ ਮੰਨਦੇ ਹੈ। ਜਿਵੇਂ 100 ਸੁਹਾਗਣ ਸੀ, ਜਾਂ ਸੰਤ ਅੱਡਣ ਸ਼ਾਹ ਜੀ ਹੋਏ ਸਾਧ ਸੰਗਤ ਜੀ, ਉਹਨਾਂ ਦਾ ਇੱਕ ਸੇਵ ਸੀ ਭਾਈ ਰੰਗ ਜੀ। ਉਹ ਇੱਕ ਵਾਰੀ ਲਾਹੌਰ ਤੋਂ ਦੀਵਾਨ ਲਖਪਤ ਰਾਏ ਜਸਪਤ ਰਾਏ ਉਹਦੇ ਪਰਿਵਾਰ ਦੇ ਨਾਲ, ਉਹਨੇ ਕਿਹਾ ਵੀ ਮਹਾਤਮਾ ਐਡੀ ਬਿਰਤੀ ਵਾਲਾ, ਉਹ ਕਿਤੇ ਰਥ ਦੇ ਵਿੱਚ ਬੀਬੀਆਂ ਦੇ ਨਾਲ ਹੀ ਚੜਾ ਲਿਆ ਰੰਗ ਜੀ ਨੂੰ। ਉਹ ਦੀਵਾਨ ਦੇ ਔਰਤਾਂ ਦੇ ਨਾਲ ਚੱਲ ਪਏ, ਅੰਮ੍ਰਿਤਸਰ ਸਾਹਿਬ ਆ ਗਏ। ਇੱਥੇ ਅੱਡਣ ਸ਼ਾਹ ਜੀ ਨੂੰ ਕਿਸੇ ਨੇ ਸ਼ਿਕਾਇਤ ਕਰਤੀ, ਕਹਿੰਦੇ ਜੀ ਰੰਗ ਜੀ ਔਰਤਾਂ ਨਾਲ ਬੈਠ ਕੇ ਆਇਆ, ਆਪਣੀ ਸੰਪਰਦਾ ਦਾ ਨਿਯਮ ਹੈ ਵੀ ਨੇੜੇ ਲੱਗਣਾ, ਇਹ ਦੇਖੋ ਨੇ ਗਲਤੀ ਕੀਤੀ ਹੈ। ਤੇ ਉਸ ਵੇਲੇ ਅੱਡਣ ਸ਼ਾਹ ਜੀ ਨੇ ਪੁੱਛਿਆ, ਕਹਿੰਦੇ ਰੰਗ ਜੀ ਤੁਸੀਂ ਰਥ ਵਿੱਚ ਆਏ ਹੋ? ਕਹਿੰਦੇ ਹਾਂ ਮਹਾਰਾਜ, ਮੈਨੂੰ ਬਿਠਾ ਲਿਆ ਦੀਵਾਨ ਲਖਪਤ ਰਾਏ ਜਸਪਤ ਰਾਏ ਨੇ। ਕਹਿੰਦੇ ਬੀਬੀਆਂ ਸੀ ਰਥ 'ਚ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਬੀਬੀਆਂ ਸੀ, ਕੋਈ ਬੰਦਾ ਵੀ ਸੀ? ਕਹਿੰਦੇ ਨਾ ਮਹਾਰਾਜ ਬੀਬੀਆਂ ਹੀ ਸੀ ਸਾਰੀਆਂ। ਕਹਿੰਦੇ ਕੈ ਬੀਬੀਆਂ ਸੀ? ਕਹਿੰਦੇ ਮਹਾਰਾਜ ਜੀ ਵੀ ਉਹਦੇ 'ਚ 4 ਔਰਤਾਂ ਤਾਂ ਸੀ ਦੀਵਾਨ ਦੀਆਂ, 5ਵੀਂ ਰੱਬ ਦੀ ਔਰਤ ਬੈਠੀ ਸੀ। ਉਹ ਹੈਰਾਨ ਹੋ ਗਏ, ਕਹਿੰਦੇ 5ਵੀਂ ਕਿਹੜੀ ਔਰਤ ਬੈਠੀ ਰੱਬ? ਕਹਿੰਦਾ ਜੀ ਮੈਂ ਰੱਬ ਦੀ ਤੀਵੀਂ ਹਾਂ, ਮੈਂ ਬੈਠਾ ਸੀ, ਮੈਂ ਇਸਤਰੀ ਰੂਪ ਹੀ ਮੰਨਦਾ ਆਪਣੇ ਆਪ ਨੂੰ। ਫਿਰ ਵਿਕਾਰ ਕੀ ਹੋਣਾ ਸੀ ਸਾਧ ਸੰਗਤ ਜੀ? ਇਸਤਰੀ ਸੁਭਾਇਮਾਨ ਥੋੜ੍ਹੀ ਹੁੰਦੀ ਹੈ। ਉਹ ਪ੍ਰਭੂ ਦੀ ਇਸਤਰੀ ਹੈ। ਇਹ ਸੁਣ ਕੇ ਸੰਤ ਅੱਡਣ ਸ਼ਾਹ ਜੀ ਬਹੁਤ ਖੁਸ਼ ਹੋਏ। ਆ ਜਿਹੜੇ ਨਾਭਾ ਜੀ ਹੋਏ ਜੀ, ਭਗਤ ਮਾਲਾ ਲਿਖੀ ਹੈ ਨਾ, ਭਗਤ ਰਾਮ ਦਿੱਤਾ ਜੀ, ਇਹ ਚੂੜੀਆਂ ਵੀ ਪਾ ਕੇ ਰੱਖਦੇ ਸੀ, ਗੁੱਤ ਕਰਕੇ ਰੱਖਦੇ ਸੀ, ਹਾਰ ਸ਼ਿੰਗਾਰ ਵੀ ਮੈਂ ਰੱਬ ਦੀ ਤੀਵੀਂ ਹੈ। ਕਹਤੇ ਦੇਵੀ ਵੇਸ਼। ਤੇ ਇਸ ਪ੍ਰਕਾਰ ਕਿੰਨੀ ਦੇਵੀ ਔਰਤਾਂ ਦੇ ਸਰੂਪ ਵਿੱਚ ਗਿਆਨਵਾਨ ਹੈ ਬ੍ਰਹਮ ਗਿਆਨੀ, ਪਰ ਔਰਤਾਂ ਵਾਲਾ ਰੂਪ ਬਣਾ ਕੇ, ਇਹ ਉਹਨਾਂ ਦੀ ਆਪਣੀ ਮਰਜ਼ੀ ਹੈ। ਤੇ ਇਹ ਅਸਲ ਸਿੱਧੇ ਤੌਰ ਤੇ ਦੇਵੀਆਂ ਦੇ ਵੇਸ ਕਿਵੇਂ ਸਬਰੀ ਹੋਈ, ਭੀਲਣੀ ਸੀ ਜਿਹੜੀ, ਅਨਸੂਈਆ, ਗਾਰਗੀ, ਮੀਰਾਬਾਈ, ਝਾਲਾਂਬਾਈ, ਬੇਬੇ ਨਾਨਕੀ ਹੈ, ਤੇ ਮਾਤਾ ਭਾਗ ਭਰੀ ਹੈ, ਮਾਤਾ ਭਾਗ ਕੌਰ ਹੈ, ਮਾਤਾ ਸਾਹਿਬ ਕੌਰ ਜੀ ਹੈ, ਮਾਤਾ ਰਾਜ ਕੌਰ ਹੈ, ਮਾਤਾ ਜਿਹਦੇ ਨਾਂ ਤੇ ਸੇਵਾ ਮਾਈ ਬਾਜ਼ਾਰ ਅੰਮ੍ਰਿਤਸਰ ਸਾਹਿਬ ਬਣਿਆ ਹੋਇਆ ਹੈ, ਮਾਈ ਸੇਵਾ ਦਾ ਨਾਂ ਸੀ, ਕਾਬਲ ਘਧਾਰ ਤੋਂ ਆ ਕੇ ਸੇਵਾ ਕਰਦੀ ਸੀ। ਇਹ ਦੇਵੀਆਂ ਦੇ ਵੇਸ ਵੀ ਕਿੰਨੇ ਹੈ ਬ੍ਰਹਮ ਗਿਆਨਣਾ। ਇਹ ਦੇਵੀਆਂ ਦੇ ਲਿਬਾਸ ਦੇ ਵਿੱਚ ਇਹਨਾਂ ਦੇ ਕਰਤੱਵ ਵੱਖਰੇ ਵੀ, ਨਾਲੇ ਬੱਚੇ ਵੀ ਪਾਲੇ, ਘਰ ਵਾਲਿਆਂ ਦੀ ਸੇਵਾ ਵੀ ਕੀਤੀ, ਤੇ ਨਾਲੇ ਬ੍ਰਹਮ ਵੇਤਿਆਂ ਦੇ ਵਿੱਚ ਕਰਤੱਵ ਵੀ ਨਿਭਾਏ।
ਇਹ ਉਹਨਾਂ ਦੇ ਕਰਤੱਵ ਹਨ ਗਿਆਨਵਾਨਾਂ ਦੇ। ਕੀਤੇ ਦੇਵ ਦਾਨ ਬਮੁਨ ਕੀਤੇ ਰਤਨ ਸਮੁੰਦ। ਕਿਤਨੀ ਬਰਮ ਬੇਤੇ ਦੇਵਤਿਆਂ ਵਿੱਚੋਂ ਹੋਏ, ਦੇਵ ਬਿਰਤੀ ਵਾਲੇ ਹੋਏ, ਸ੍ਰੇਸ਼ਟ ਕਰਮ ਕਰਦੇ ਹੈ। ਕਿਤਨੀ ਦਾਨਵਾਂ ਵਿੱਚੋਂ ਵੀ ਹੋਏ, ਦੈਤਾਂ ਦੇ ਵਿੱਚ ਵੀ ਹੋਏ। ਇਹ ਨਹੀਂ ਗੱਲ ਵੀ ਉੱਥੇ ਬ੍ਰਹਮ ਗਿਆਨੀ ਨਹੀਂ ਹੋਏ। ਹੈਰਾਨ ਹੋ ਗਏ ਵੀ ਇਹ ਕਿਵੇਂ ਹੋ ਗਿਆ ਵੀ ਦੈਤਾਂ ਦੇ ਵਿੱਚ ਵੀ ਬ੍ਰਹਮ ਗਿਆਨੀ ਹੋਏ। ਉਹਨਾਂ ਦੇ ਵੀ ਕਰਤੱਵ ਨੂੰ। ਉਹ ਕੌਣ? ਪ੍ਰਹਲਾਦ ਦੈਤਾਂ ਦੀ ਕੁਲ 'ਚ ਨਹੀਂ ਹੋਇਆ, ਫਿਰ ਕੀ ਉਹਨੂੰ ਬ੍ਰਹਮ ਗਿਆਨੀ ਨਹੀਂ ਮੰਨਾਂਗੇ? ਭੀਖਣ ਰਾਵਣ ਦਾ ਸਕਾ ਭਰਾ ਹੈ, ਫਿਰ ਉਹ ਬ੍ਰਹਮ ਗਿਆਨੀ ਨਹੀਂ ਹੈ? ਕਰਤੱਵ ਦੇਖੋ ਉਹਦਾ ਕੀ ਹੈ ਤੇ ਰਾਵਣ ਦਾ ਕੀ ਹੈ। ਦੇਵਲੂਤ, ਬਲ ਰਾਜਾ, ਇਹ ਸਾਰੇ ਬ੍ਰਹਮ ਬੇਤੇ। ਮੁਨ ਕੇਤੇ ਕਿਤਨੀ ਮੁਨੀਆਂ ਵਿੱਚੋਂ ਹੋਏ, ਅੰਗਰੇ, ਪਲਸਤ, ਵਸ਼ਿਸ਼ਟ ਇਤਿਆਦਿਕ। ਮੁਨੀਆਂ ਦੀ ਤਰ੍ਹਾਂ ਕਿਤਨੀ ਮਨਨਸ਼ੀਲ ਬ੍ਰਹਮ ਬੇਤੇ ਮਹਾਤਮਾ। ਕਿਤਨੀ ਰਤਨ ਸਮੁੰਦਰ, ਸਮੁੰਦਰ ਰੂਪ ਸਮੁੰਦਰ ਰਤਨ ਦੀ ਨਿਆਈ ਹੈ। ਉਹਨਾਂ ਦੇ ਵਿੱਚ ਰਤਨ ਰੂਪੀ ਬੈਰਾਗ, ਬੈਰਾਗ ਰੂਪੀ ਰਤਨ ਹੈ। ਸ਼ੁਭ ਗੁਣਾਂ ਦੇ ਸਮੁੰਦਰ ਹੋ ਗਏ ਨੇ। ਕਿਤਨੇ ਸਮੁੰਦਰਾਂ ਦੇ 14 ਰਤਨ ਵਿੱਚੋਂ ਧਨੰਤਰ, ਲక్ష్ਮੀ ਆਦਿ ਇਹ ਗਿਆਨਵਾਨ ਜਿਹੜੇ ਨੇ ਉਹ ਫਿਰ ਗਿਆਨ ਰੂਪੀ ਸ਼ਾਂਤੀ ਰੂਪੀ ਲక్ష్ਮੀ ਕੱਢਦੇ ਹੈ ਤੇ ਗਿਆਨ ਰੂਪੇ ਸਮੁੰਦਰ ਦੇ ਵਿੱਚੋਂ ਇਹ ਮੰਥਨ ਕਰਕੇ ਤੇ ਇਸ ਤਰ੍ਹਾਂ ਦੇ ਗਿਆਨਵਾਨ ਵੀ ਬਹੁਤ ਸਾਰੇ ਹਨ। ਕੀਤਿਆ ਖਾਣੀ ਕੀਤਿਆ ਵਾਣੀ ਕੀਤੇ ਪਾਤ ਨਰਿੰਦ। ਕਿਤਨੇ ਹੀ ਕੀਤੀਆਂ ਖਾਣੀ, ਕਿਤਨੀ ਬਰਮ ਬੇਤੇ ਵੱਖੋ ਵੱਖਰੀਆਂ ਖਾਣੀਆਂ 'ਚ ਹੋਏ ਨੇ। ਕਿਵੇਂ? ਜਿਵੇਂ ਅੰਡਜ, ਅੰਡਜ ਦੇ ਚੋਂ ਕਾਕ ਵਸੁੰਡ ਜੀ, ਗਰੜ ਸੁਖਦੇਵ ਜੀ, ਜੇਰ ਜਦੋਂ ਵਿਸ਼ਿਸ਼ਟ ਜੀ ਵਰਗੇ ਅਨੇਕਾਂ ਪ੍ਰਤੱਖ ਮਹਾਂਪੁਰਖ ਤੱਤਵੇ ਤੇ ਸੇਤਜ ਮਸ਼ੋਦਰ ਜੋ ਹਨੂਮਾਨ ਦੇ ਪਸੀਨੇ ਤੋਂ ਪੈਦਾ ਹੋਇਆ, ਗਣੇਸ਼ ਆਦਿ ਜੀ, ਉਤਪਜ ਤੋਂ ਕਲਪ ਬਿਰਸ਼, ਜਮਲਾਰਜਨ। ਕੀਤੀਆਂ ਬਾਣੀ ਕੀਤੀ ਤੱਤਵੇ ਤੇ ਚਾਰੇ ਪ੍ਰਕਾਰ ਦੀ ਜਿਹੜੀ ਬਾਣੀ ਦੁਆਰਾ ਜਾਪ ਕਰਦੇ ਆ, ਕੋਈ ਵੈਖਰੀ ਨਾਲ, ਕੋਈ ਮਧਮਾ ਨਾਲ, ਜਿਵੇਂ ਬਾਬਾ ਮੋਹਨ ਜੀ ਮਧਮਾ ਬਾਣੀ ਦੁਆਰਾ ਹੀ ਜਾਪ ਕਰਿਆ ਕਰਦੇ, ਕਈ ਪਸੰਤੀ ਤੇ ਕਈ ਭਈ ਪਰਾ ਬਾਣੀ ਦੁਆਰਾ ਜਾਪ ਕਰਦੇ ਆ। ਕੀਤੇ ਪਾਦ ਨਰਿੰਦ, ਕਿਤਨੀ ਬਰਮ ਬੇਤੇ ਪਾਤਸ਼ਾਹ ਦੇ ਰਾਜੇ ਆਦਿ ਬਣ ਕੇ ਭਜਨ ਸਿਮਰਨ ਵੀ ਕਰਦੇ ਆ, ਰਾਜ ਵੀ ਕੀਤਾ। ਤਖਤਾਂ ਦੇ ਨਰਿੰਦ ਰਾਜੇ ਹੋ ਕੇ ਭਜਨ ਕਰਦੇ ਰਹੇ। ਰਾਜਾ ਪਿਰਤੂ ਹੋਇਆ, ਰਾਜਾ ਬਲੀ ਰਾਜਾ ਹੋਇਆ। ਰਾਜਿਆਂ ਦੀ ਪਾਤ ਪੰਕਤੀਆਂ ਜਿਵੇਂ ਜਨਕ ਵਰਗੇ ਹੋਏ, ਭਗਤ ਵੱਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ ਕਿਹਾ ਭਾਈ ਗੁਰਦਾਸ ਨੇ। ਇਹ ਵੀ ਬ੍ਰਹਮ ਬੇਤਿਆਂ ਦੇ ਕਰਤੱਵ ਵੱਖਰੇ ਵੱਖਰੇ। ਇੱਕ ਬ੍ਰਹਮ ਬੇਤਾ ਰਾਜ ਕਰਦਾ ਹੈ, ਇੱਕ ਬ੍ਰਹਮ ਬੇਤਾ ਬਿਲਕੁਲ ਬਿਹੰਗਮ ਹੋ ਕੇ ਤੁਰਿਆ ਫਿਰਦਾ ਤੀਰਥਾਂ ਦੇ ਕਿਨਾਰੇ। ਕਰਤੱਵ ਵੱਖਰੇ ਵੱਖਰੇ ਨੇ। ਹੈ ਬ੍ਰਹਮ ਬੇਤੇ ਦੇਵੀਆਂ ਦੇ ਰੂਪ ਦੇ ਵਿੱਚ ਨੇ, ਔਰਤਾਂ ਦੇ ਰੂਪ ਦੇ ਵਿੱਚ ਨੇ, ਇਸ ਤਰ੍ਹਾਂ ਦੇ ਸੁਭਾਵਾਂ ਵਿੱਚ ਹਨ। ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ। ਸੁਰਤੀ ਤੇ ਯਮਕ ਕੀਤੇ ਤੇ ਭਾਈ ਵਿਸਰਾਮ। ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ। ਤੇ ਜਿਵੇਂ ਗਾਇਆ ਸੁਧ ਵਿਸਰਾਮ ਲੱਗ ਰਹੇ ਨੇ, ਭਾਈ ਸਾਹਿਬ ਲਾ ਰਹੇ ਨੇ, ਬੜੀ ਮਿਹਨਤ ਹੈ ਇਹਨਾਂ ਦੀ। ਤੇ ਕਿਤਨੇ ਸੁਰਤੀ, ਵੇਦ ਸੁਰਤੀਆਂ ਪੜ੍ਹਨ ਵਾਲੇ, ਸੁਰਤੀਆਂ ਜੋੜਨ ਵਾਲੇ। ਸੋ ਰਤੀ, ਸੋ ਨਾਮ ਸ੍ਰੇਸ਼ਟ ਦਾ, ਰਤੀ ਨਾਮ ਪ੍ਰੀਤੀ ਦਾ। ਕਿਤਨੇ ਸੇਵਕ, ਭਾਵ ਕੀ ਹੈ? ਜਿਵੇਂ ਹਨੂਮਾਨ ਜੀ ਉਹ ਸ੍ਰੇਸ਼ਟ ਪ੍ਰੀਤੀ ਵਾਲੇ ਹੋਏ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਭਾਈ ਬਾਲਾ ਜੀ ਹੋਏ। ਨਾਨਕ ਅੰਤ ਨਾ ਅੰਤ। ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਦਾ ਕੋਈ ਅੰਤ ਨਹੀਂ ਗੁਰਸਿੱਖੋ। ਜੇਕਰ ਇਹਨਾਂ ਬ੍ਰਹਮ ਬੇਤਿਆਂ ਦੇ ਕਰਤੱਵਾਂ ਦਾ ਅੰਤ ਜਾਣਨਾ ਚਾਹੀਏ ਨਾ, ਤਾਂ ਫਿਰ ਕੋਈ ਅੰਤ ਨਹੀਂ ਪਾ ਸਕਦਾ। ਅੰਤ ਲੈਣ ਵਾਲੇ ਦਾ ਅੰਤ ਹੋ ਜਾਊਗਾ। ਗਿਆਨਵਾਨ ਤਾਂ ਉਹਨਾਂ ਦੇ ਕਰਤੱਵ ਤਾਂ ਪਰਮਾਤਮਾ ਵਰਗੇ ਹੋ ਗਏ। ਗਿਆਨਵਾਨਾਂ ਦੇ ਕਰਤੱਵ ਭਾਵੇਂ ਬੇਅੰਤਨ, ਪਰ ਗਿਆਨਾਂ ਦਾ ਨਿਸ਼ਚਾ ਇੱਕੋ ਹੀ ਹੈ। ਵਾਹਿਗੁਰੂ ਵਿੱਚ ਨਿਸ਼ਚਾ ਰੱਖਦੇ ਹੈ ਤੇ ਅਗਿਆਨ ਰਾਈ ਮਾਤਰ ਵੀ ਨਹੀਂ ਹੈ। ਉਹਨਾਂ ਦੀ ਅਵਸਥਾ ਕਥਨ ਨਹੀਂ ਕੀਤੀ ਜਾ ਸਕਦੀ। ਉਹਨਾਂ ਦੀ ਅਵਸਥਾ ਬੇਅੰਤ ਤੋਂ ਬੇਅੰਤ ਹੈ। ਆ ਬਾਬਾ ਵੀਰਮਦਾਸ ਜੀ ਹੋਏ ਤੇ ਉਹਨਾਂ ਦੀ ਅਵਸਥਾ ਇਹੋ ਜਿਹੀ ਸੀ, ਬਾਣ ਵੱਟੀ ਜਾਣਾ। ਜੇ ਕਿਸੇ ਨੇ ਆ ਕਹਿੰਦਾ ਬਾਬਾ ਜੀ ਬਹੁਤ ਬਾਣ ਵੱਟਿਆ ਗਿਆ, ਕਹਿੰਦਾ ਲੈ ਭਾਈ ਢੇੜ ਦਿੰਦੇ ਆ, ਕੀ ਸਮਝੂਗਾ ਕੋਈ ਇਸ ਨੂੰ? ਉਹ ਉਹਦੇ ਨਾਲੇ ਭਜਨ ਕਰਦੇ ਸੀ, ਨਾਲੇ ਵੱਟੀ ਜਾਣਾ, ਕੋਈ ਪਤਾ ਨਹੀਂ ਵੀ ਕਿੰਨਾ ਕੁ ਵੱਟਿਆ ਗਿਆ। ਅਗੇ ਜੇ ਕਹਿਤਾ ਜੀ ਬਹੁਤ ਹੋਇਆ ਤਾਂ ਬਾੜ ਦੇ ਢੇਰ ਲੱਗ ਗਿਆ, ਕਹਿੰਦੇ ਲੈ ਭਾਈ ਢੇੜ ਦਿੰਦੇ ਆ ਇਸ ਨੂੰ। ਕੌਣ ਜਾਣੂਗਾ ਬ੍ਰਹਮ ਬੇਤਿਆਂ ਦੀ? ਰਾਜਿਆਂ ਮਹਾਰਾਜਿਆਂ ਨੂੰ ਬਾਂਸ ਚੱਕ ਕੇ ਉਹਨਾਂ ਨੂੰ ਭਜਾ ਦਿੱਤਾ ਵੀ ਖਬਰਦਾਰ ਮੇਰੇ ਕੋਲ ਇੱਥੇ ਨਾ ਆਇਓ। ਰਾਜਿਆਂ ਦੇ ਬਾਂਸ ਮਾਰਨ ਦੀ ਇਹ ਬ੍ਰਹਮ ਬੇਤਿਆਂ ਦੀ। ਇੱਕ ਬ੍ਰਹਮ ਬੇਤਾ ਐਸਾ ਸਵਾਦ ਹੈ ਵੀ ਉਹ ਇੰਨਾ ਨਿਮਰਤਾ, ਚਰਨ ਧੂੜੇ ਬਣੇ ਰਹਿੰਦੇ ਸਾਰਿਆਂ ਦੀ, ਧੀਰ ਜ਼ਬਾਨ ਹੈ। ਇੱਕ ਦਰਵਾਸ਼ਾ ਵਰਗਾ, ਮਾੜੀ ਜਿਹੀ ਗੱਲ ਹੋਈ ਸ਼ਰਾਪ ਦੇਣ ਨੂੰ। ਇਹ ਹੁਣ ਵੱਖਰੇ ਵੱਖਰੇ ਕਰਤੱਵ ਇਹਨਾਂ ਦੇ। ਮਹਾਰਾਜ ਸਾਹਿਬ ਕਹਿੰਦੇ ਇਹਨਾਂ ਦਾ ਅੰਤ ਜੇ ਕੋਈ ਲੈਣਾ ਚਾਹੇ, ਅੰਤ ਇਹਨਾਂ ਦਾ ਨਹੀਂ ਪਾ ਹੋਣਾ। ਇਸ ਕਰਕੇ ਇਹਨਾਂ ਦੀ ਮਹਿਮਾ ਤਾਂ ਰੱਬ ਵਰਗੀ ਹੋ ਜਾਂਦੀ ਹੈ। ਸਾਧਕੀ ਮਹਿਮਾ ਵੇਦ ਨਾ ਜਾਣੇ, ਇਹ ਇਹਨਾਂ ਦੇ ਕਰਤੱਵ ਹਨ। ਤੇ ਹੁਣ ਤੀਸਰੇ ਅਰਥ ਵਿੱਚ ਬ੍ਰਹਮ ਗਿਆਨੀਆਂ ਨੂੰ
ਜਿਹੜਾ ਬ੍ਰਹਮ ਗਿਆਨ ਹੋਇਆ ਪ੍ਰਸ਼ਨ ਹੈ, ਹੇ ਸਤਿਗੁਰੂ ਜੀ, ਜਿਹਨਾਂ ਬ੍ਰਹਮ ਗਿਆਨ ਨੂੰ ਬ੍ਰਹਮ ਗਿਆਨ ਹੋ ਗਿਆ ਉਹਨਾਂ ਦੀ ਅਵਸਥਾ ਦੱਸੋ। ਇਹ ਸਾਰਾ ਸੰਸਾਰ, ਪਿੱਛੇ ਅਵਸਥਾ ਦੱਸੀ ਹੈ, ਦੁਬਾਰੇ ਕਿਉਂ ਕਿਹਾ? ਕਹਿੰਦੇ ਉਹਨਾਂ ਦੀ ਅਵਸਥਾ ਦੱਸੋ ਵੀ ਉਹਨਾਂ ਨੂੰ ਸੰਸਾਰ ਕਿਵੇਂ ਦਿਸਦਾ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਸੰਸਾਰ ਕਿਵੇਂ ਆ ਰਿਹਾ ਹੈ। ਇਹਨੂੰ ਹੋਰ ਖੋਲ੍ਹਦੇ ਨੇ, ਪਹਿਲੇ ਅਰਥ ਦੇ ਨਾਲ ਮਿਲਦੀ ਗੱਲ ਹੈ ਜੀ। ਧਰਮ ਖੰਡ ਕਾ ਇਹੋ ਧਰਮ। ਹੇ ਗੁਰਸਿੱਖੋ, ਧਰਮ ਖੰਡ ਦਾ ਜਿੱਥੇ ਨਾਨਾ ਧਰਮ ਨੂੰ ਖੰਡਨ ਕੀਤਾ ਹੋਇਆ, ਭਾਵ ਸਤ ਚਿਤ ਆਨੰਦ ਸਰੂਪ ਇਹ ਧਰਮ ਨੂੰ ਧਾਰ ਲਿਆ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਅਵਸਥਾ ਦਾ ਵਰਣਨ ਕਰਦੇ ਹਾਂ। ਜਿਵੇਂ ਸੋਨੇ ਦੇ ਜਿਹੜੇ ਗਹਿਣੇ ਹੁੰਦੇ ਨੇ, ਉਹਦੇ ਵਿੱਚ ਅਸਲ ਦੇ ਵਿੱਚ ਸੋਨਾ ਹੀ ਹੁੰਦਾ ਸਾਰਾ। ਇਸ ਤਰ੍ਹਾਂ ਸਾਰੀਆਂ ਵਸਤੂਆਂ, ਸਾਰਾ ਸੰਸਾਰ ਵਿੱਚ ਉਹ ਉਹਨਾਂ ਨੂੰ ਕਲਪਨਾ ਰੂਪ ਹੀ ਦਿਖਦਾ ਵੀ ਜਿਵੇਂ ਸੋਨੇ ਦੇ ਵਿੱਚ ਗਹਿਣਾ ਕਲਪਿਆ ਹੋਇਆ ਹੈ, ਸਾਰਾ ਹੀ ਸੋਨਾ ਹੈ। ਪਾਣੀ ਦੇ ਵਿੱਚ ਲਹਿਰ ਕਲਪੀ ਹੋਈ ਹੈ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਉਹ ਕਲਪਨਾ ਹੀ ਹੈ ਵੀ ਇਹ ਬੂੰਦ ਹੈ, ਇਹ ਲਹਿਰ ਹੈ, ਇਹ ਗਹਿਣਾ ਹੈ, ਇਹ ਨੱਥ ਹੈ, ਚੂੜੀਆਂ ਸੋਨਾ। ਇਸ ਤਰ੍ਹਾਂ ਉਹ ਕਹਿੰਦੇ ਸਾਰੇ ਬ੍ਰਹਮ ਹੈ, ਹੋਰ ਦੂਸਰਾ ਜਤਰ ਜਤਰ ਮਨੋ ਜਾਤੀ ਤਤ ਤਰਤਰ ਬ੍ਰਹਮ ਦ੍ਰਿਸ਼ਟੀ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਉਹਨਾਂ ਨੂੰ ਜੈ ਨਾ ਜੈ ਨਾ ਜੈ ਨਾ, ਉਹੀ ਇਸ ਤੇ ਪਰੇ ਸੱਤ ਹੋਈ, ਸੱਤੇ ਸੱਤ ਦਿਸਦਾ ਹੈ। ਐਸੀ ਉਹਨਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖੋ, ਉਹਨਾਂ ਦੀ ਦ੍ਰਿਸ਼ਟੀ ਜਿਹੜੀ ਹੈ ਸਾਰੀਆਂ ਵਸਤੂਆਂ ਵਿੱਚ ਬ੍ਰਹਮ ਨੂੰ ਵਿਸ਼ੇ ਕਰਦੀ ਹੈ। ਗਿਆਨ ਖੰਡ ਕਾ ਅਕਹੁ ਕਰਮ। ਜਿਨ੍ਹਾਂ ਨੂੰ ਤਰਤੀਬਰ ਤਰ ਤਮ ਬੈਰਾਗ ਹੋ ਗਿਆ, ਉਹ ਅਪਰੋਖ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ, ਉਹਨਾਂ ਨੂੰ ਲਗਾਤਾਰ ਇੱਕ ਰਸ ਖੰਡਨ ਤੋਂ ਰਹਿਤ, ਕਰਮ ਕਮਾਈ ਦੀ ਖੰਡ ਭੂਮਿਕਾ ਉਹਨਾਂ ਦੀ ਬਾਬਤ ਆਖੋ ਦੱਸਦੇ ਹਾਂ। ਉਹਨਾਂ ਨੂੰ ਇਹੋ ਜਿਹੀ ਅਵਸਥਾ ਪ੍ਰਾਪਤ ਹੋਈ ਹੈ ਕਿ ਸਭ ਆਕਾਰਾਂ ਦਾ ਖੰਡਨ ਕਰਕੇ, ਜਿਵੇਂ ਧੂਏ ਰਹਿਤ ਅੱਗ ਹੁੰਦੀ ਹੈ, ਉਹਦੀ ਨਿਆਈ ਬ੍ਰਹਮ ਸਰੂਪ ਹੀ ਸਿਖਿਆਤਤਾ ਹੋ ਜਾਂਦੀ ਹੈ। ਉਹ ਸਾਰੇ ਆਕਾਰਾਂ ਦਾ ਅਭਾਵ ਹੋ ਜਾਂਦਾ ਹੈ। ਜਿਵੇਂ ਪਾਣੀ ਦੇ ਟਿਕਾਅ ਵਿੱਚ, ਜਦੋਂ ਪਾਣੀ ਟਿਕਾਅ ਵਿੱਚ ਆ ਗਿਆ, ਲਹਿਰਾਂ ਤੇ ਝੱਗ ਬੁਲਬੁਲੇ ਆਪੇ ਮਿਟ ਜਾਂਦੇ ਨੇ, ਕੇਵਲ ਪਾਣੀ ਰਹਿ ਜਾਂਦਾ ਹੈ। ਇਸੇ ਪ੍ਰਕਾਰ ਉਹਦੇ ਮਨ ਦੇ ਸੰਕਲਪ ਮਿਟਣ ਦੇ ਕਾਰਨ ਕੇਵਲ ਬ੍ਰਹਮ ਦਾ ਸਰੂਪ ਹੀ ਰਹਿ ਜਾਂਦਾ ਹੈ। ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼। ਕਿਤਨੇ ਪਵਨ, ਪਵਨ ਤੋਂ ਭਾਵ ਹੈ ਪੌਣ ਦੇਵਤਾ, ਪਾਣੀ ਦੇਵਤਾ, ਵੈ ਸੰਤਰ ਦੇਵਤਾ, ਇਹ ਸਾਰੇ ਬ੍ਰਹਮ ਵਿੱਚ ਕਲਪੇ ਹੋਏ ਨਾ। ਉਹ ਕਹਿੰਦੇ ਆਪੇ ਪਾਵਕ ਆਪੇ ਪਵਨਾ, ਉਹ ਕਹਿੰਦੇ ਆਪ ਹੀ ਹੈ। ਅੱਗ ਰੂਪ ਵੀ ਉਹੀ ਹੈ, ਹਵਾ ਰੂਪ ਵੀ ਆਈ ਹੈ। ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾਤੀ ਸੀ ਬੇਸਵਾ ਨੇ। ਉਹ ਕਹਿੰਦੇ ਕਬੀਰ ਜੀ ਅੱਗ ਲੱਗੀ, ਕਹਿੰਦਾ ਕੋਈ ਅੱਗ ਉੱਗ ਨਹੀਂ ਹੈ, ਬੁਝਾਉਣ ਦੀ ਲੋੜ ਨਹੀਂ। ਆਪੇ ਪਾਵਕ ਆਪੇ ਪਵਨਾ, ਜਾ ਰਿਹਾ ਖਸਮ ਦਾ ਰਾਖਿਆ ਕਬਨਾ। ਅੱਗ ਰੂਪ ਹੋ ਕੇ ਸਾੜ ਰਿਹਾ ਹੈ, ਪਾਣੀ ਰੂਪ ਹੋ ਕੇ ਫਿਰ ਬੁਝਾਤੀ। ਉਹ ਕਹਿੰਦੇ ਇਹ ਉਹਦੇ ਹੀ ਰੂਪ ਨੂੰ, ਹਵਾ ਰੂਪ ਹੋ ਕੇ ਭੜਕਾ ਰਿਹਾ ਉਸ ਨੂੰ। ਇਹ ਉਹਨਾਂ ਦੇ ਕਹਤੇ ਪਵਨ ਦੇਵਤਾ, ਬਸੰਤਰ ਦੇਵਤਾ, ਇਹ ਬ੍ਰਹਮ ਦੇ ਵਿੱਚ ਉਹਨਾਂ ਨੂੰ ਇੱਕੋ ਹੀ ਬ੍ਰਹਮ ਹੈ, ਹੋਰ ਕੋਈ ਚੀਜ਼ ਨਹੀਂ। ਪੌਣ, ਪਾਣੀ, ਅਗਨੀ, ਇਹ ਆਦ ਤੱਤਾਂ ਦੀ ਕਲਪਨਾ ਹੀ ਹੈ, ਵਾਸਤਵ ਵਿੱਚ ਬ੍ਰਹਮ ਹੀ ਹੈ। ਕਾਨ ਕ੍ਰਿਸ਼ਨ ਤੇ ਮਹੇਸ਼ ਸ਼ਿਵ ਜੀ, ਇਹ ਆਕਾਰ ਵੀ ਉਹਦੇ ਵਿੱਚ ਕਲਪੇ ਹੋਏ ਨੇ। ਬੰਸਰੀ ਵਾਲਾ ਜੀ ਗਊਆਂ ਚਰਈਆ, ਸੁੰਦਰ ਸਰੂਪ ਹੈ। ਕਹੂੰ ਕਹੂੰ ਬੇਨ ਕੇ ਬਜਈਆ, ਕਹੂੰ ਤੇਨ ਕੇ ਚਰਈਆ, ਕਹੂੰ ਲਾਖਨ ਲਖਈਆ, ਕਹੂੰ ਸੁੰਦਰ ਕਮਾਰ ਹੋ। ਦਸਮ ਪਾਤਸ਼ਾਹ ਨੇ ਕਥਨ ਕੀਤਾ। ਇਸੇ ਪ੍ਰਕਾਰ ਇੰਦਰੀਆਂ ਰੂਪ ਗਾਵਨ ਉਚਾਰਨ ਵਾਲਾ ਸਾਖੀ ਰੂਪ ਚੇਤਨ ਹੀ ਹੈ। ਕਿਤੇ ਚੇਤਨ ਸੱਤਾ ਰੂਪ ਬੀਨ ਵਜਾ ਰਿਹਾ ਹੈ, ਕਿਤੇ ਲਖ ਰਸੋ ਕੇ ਲਖਣ ਵਾਲਾ ਤਤਵੇਤਾ ਹੋ ਰਿਹਾ ਹੈ, ਕਿਤੇ ਸੁੰਦਰ ਸਤ ਚਿਤ ਆਨੰਦ ਸਰੂਪ ਕੁਮਾਰ ਇੱਕ ਰਸ ਰਹਿਣ ਵਾਲਾ ਹੈ। ਸੋ ਇਸ ਰੀਤ ਦੇ ਨਾਲ ਇਹ ਸਾਰੇ ਜਿੰਨੇ ਵੀ ਕਥਨ ਹਨ, ਇਹ ਸਾਰੇ ਵਿਕਲਪ ਕਥਨ। ਕਿਤਨੇ ਕ੍ਰਿਸ਼ਨ ਤੇ ਮਹੇਸ਼ ਸ਼ਿਵ ਜੀ ਆਦਿਕ ਸਾਰੇ ਕਲਪਨਾ ਮਾਤਰ ਹੀ ਨ, ਵਾਸਤਵ ਵਿੱਚ ਉਹ ਕੇਵਲ ਪਰਮੇਸ਼ਰ ਆਪ ਹੀ ਹੈ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ, द्वापर कृष्ण मुरार कंस किरतार्थ कियो, उगर सैन को राज पह भगत जन दियो, कलयुग परमान नानक उगर अंगद अमर कहायो, श्री गुरु राज अवचल अटल आदि पुरख फरमायो। इस प्रकार ये कल्पना मात्र हैं सारे, वो एक ब्रह्म ही आ, उन्हें रूप धारण कीते न। केते वर में घाट घड़िया है रूप रंग के वेश, कितने ही वर में संसार दियां घाटतां नूं घड़न वाले सारे कल्पित न। वो ब्रह्म अधिष्ठान सोने की न्याईयां, ये सारे गहणियां दी न्याईयां। एक गहणे का नाम शिव जी हो गया, एक का नाम विष्णु हो गया, ना ये सब गहणे ही न। ब्रह्मा विष्णु शिव जी महेश आदि कल्पे होए न। लहरी विष्णु महेश समुद्र दीयां लहरां ही न। ये सारे सूक्ष्म सृष्टि के घाटतां नूं घड़न वाले
ਹਿਰਨ ਗਰਭ ਰੂਪ ਬਣ ਕੇ ਵੀ, ਇਹ ਸਾਰੇ ਕਲਪਤ ਰੂਪ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਜਿਹੜੇ ਰੰਗ, ਜਿਵੇਂ ਕਲੀ ਵਿੱਚ ਰੂਪਾ ਚਾਂਦੀ ਦਾ ਵੇਸ ਸਰੂਪ ਕਲਪ ਲਈਏ, ਇਸੇ ਪ੍ਰਕਾਰ ਇਹ ਕਲਪੇ ਹੋਏ ਨੇ। ਵਾਸਤੂ ਚ ਵਾਹਿਗੁਰੂ ਹੀ ਹੈ। ਕੀਤਿਆ ਕਰਮ ਭੂਮੀ ਵੇਰ ਕੀਤੇ, ਕੀਤੇ ਤੂੰ ਉਪਦੇਸ। ਕਿਤਨੇ ਕਰਮ ਭੂਮੀਆਂ ਮੰਨੀਆਂ, ਕੀਤੇ ਕਿਤਨੇ ਮੇਰ ਸਮੇਰ ਪਰਬਤ, ਇਹ ਸਾਰੇ ਬ੍ਰਹਮ ਵਿੱਚ ਕਲਪਤ ਰੂਪ, ਕੁਛ ਨਹੀਂ ਹੈ। ਮੇਰ ਸਮੇਰ ਵੀ ਉਹੀ ਹੈ। ਕਿਤਨੇ ਧਰੂਮ ਭਗਤ, ਕਿਸੇ ਨੇ ਉਸ ਨੂੰ ਉਪਦੇਸ਼ ਦੇਣ ਵੇਲੇ ਨਾਰਦ ਆਦਿ, ਇਹ ਸਭ ਕਲਪਨਾ ਮਾਤਰ ਨੇ। ਆਪ ਹੀ ਧਰੂ ਹੈ ਤੇ ਆਪ ਹੀ ਨਾਰਦ ਹੈ। ਕੀਤੇ ਇੰਦ ਚੰਦ ਸੂਰ ਕੀਤੇ, ਕੀਤੇ ਮੰਡਲ ਦੇਸ। ਕਿਤਨੇ ਇੰਦਰ ਦੇਵਤੇ, ਚੰਦਰ ਦੇਵਤਾ, ਸੂਰਜ, ਇਹ ਕਲਪਤ ਰੂਪ ਨੇ। ਆਪ ਹੀ ਸੂਰਜ ਰੂਪ ਹੈ, ਆਪ ਹੀ ਇੰਦਰ ਰੂਪ ਹੈ। ਇਹ ਸਭ ਬ੍ਰਹਮ ਹੀ ਹੈ। ਬ੍ਰਹਮ ਦੀ ਸੱਤਾ ਦੇ ਆਸਰੇ ਪ੍ਰਕਾਸ਼ ਰਹੇ ਨੇ। 400 ਉਹਦਾ ਮੰਡਲ ਗੋਲਾਕਾਰ, ਇਹ ਵੀ ਉਹਦਾ ਆਪਣਾ ਰੂਪ ਹੈ। ਭਾਰਤ ਦੇਸ਼, ਪਾਕਿਸਤਾਨ ਦੇਸ਼, ਨੇਪਾਲ ਹੈ, ਚੀਨ ਹੈ ਜੀ, ਜਰਮਨ ਹੈ, ਸਾਰੇ ਇਹ ਕਲਪੇ ਹੋਏ ਨੇ। ਇਹ ਉਹਦਾ ਆਪਣਾ ਰੂਪ ਹੀ ਹੈ। ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ। ਕਿਤਨੇ ਸਿੱਧ ਹੈ, ਸਿੱਧੋ ਜਿਵੇਂ ਸਿੱਧਾਂ ਦੇ ਨਾਲ ਚਰਚਾ ਹੋ ਰਹੀ, ਸਿੱਧਾਂ ਦੇ ਕਈ ਬੁੱਧ ਨਛੱਤਰ, ਗੋਰਖ ਆਦਿ, ਕਿੰਨੇ ਹੀ ਉਹਨਾਂ ਦੀਆਂ ਦੇਵੀਆਂ ਬੇਸ ਰੂਪ, ਇਹ ਸਾਰੇ ਬ੍ਰਹਮ ਵਿੱਚ ਕਲਪਨਾ ਰੂਪ ਹੈ। ਦੇਵੀਆਂ ਰੂਪ ਵੀ ਆਪ ਹੀ ਹੈ। ਇਹ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। हे ਵਾਹਿਗੁਰੂ ਤੇਰੇ ਰੂਪ ਹਨ। ਕੀਤੇ ਦੇਵ ਦਾਨਵ ਮੁਨ ਕੀਤੇ, ਕੀਤੇ ਰਤਨ ਸਮੁੰਦ। ਕਿਤਨੇ ਦੇਵ ਦੇਵਤੇ, ਦਾਨਵ ਦੈਤ, ਮੁਨ ਮਨਨਸ਼ੀਲ ਮਹਾਤਮਾ, ਮੁਨੀ ਜਨ, ਕਿਤਨੀ ਰਤਨ, ਰਤਨ ਨੂੰ ਪੈਦਾ ਕਰਨ ਵਾਲੇ ਸਮੁੰਦਰ, ਇਹ ਸਾਰੇ ਬ੍ਰਹਮ ਵਿੱਚ ਕਲਪਤ ਰੂਪ ਹਨ। ਉਹ ਆਪ ਹੀ ਦੇਵ ਦਾਨਵ ਰੂਪ ਹੈ, ਆਪ ਹੀ ਮੰਨਣਸ਼ੀਲ ਮਹਾਤਮਾ ਹੈ, ਆਪ ਹੀ ਜਿਗਿਆਸੂ ਰੂਪ ਹੈ, ਆਪ ਹੀ ਸਮੁੰਦਰ ਰੂਪ ਹੈ, ਆਪੇ ਰਤਨ ਰੂਪ ਹੈ। ਉਹ ਆਪ ਹੀ ਹੈ ਵਾਹਿਗੁਰੂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਉਹਦੇ ਰੰਗ ਹਨ। ਕੀਤੀਆ ਖਾਣੀ, ਕੀਤੀਆ ਬਾਣੀ, ਕੀਤੇ ਪਾਤ ਨਰਿੰਦ। ਕਿਤਨੀਆਂ ਖਾਣੀਆਂ, ਕਿੰਨੀਆਂ ਹੀ ਬਾਣੀਆਂ, ਇਹ ਸਭ ਖਾਣਾ ਵਿੱਚੋਂ ਸੋਨਾ ਚਾਂਦੀ ਆਦਿ ਜੋ ਨਿਕਲਦਾ ਹੈ। ਕਿਤਨੀਆਂ ਹੀ ਬਾਣੀਆਂ, ਵੇਦ ਬਾਣੀ, ਸ਼ਾਸਤਰ ਬਾਣੀ, ਗੀਤਾ ਦੀ ਬਾਣੀ, ਇਹ ਬਾਣੀਆਂ ਬੇਅੰਤਨ। ਤੇ ਕਿਤਨੀ ਪਾਤ ਤਖਤਾਂ ਦੇ ਮਾਲਕ ਰਹਿਣ ਦੇ ਰਾਜੇ, ਇਹ ਸਭ ਬ੍ਰਹਮ ਦੇ ਵਿੱਚ ਕਲਪਨਾ ਹੈ। ਰਾਜਾ ਰੂਪ ਵੀ ਆਪ ਹੈ, ਖਾਣੀਆਂ ਰੂਪ ਵੀ ਆਪ ਹੈ, ਸੋਨਾ ਚਾਂਦੀ ਰੂਪ ਵੀ ਆਪ ਹੀ ਬਣਿਆ। ਇਹ ਸਭ ਕੁਝ ਆਪੇ ਆਪ ਹੈ। ਇਹ ਸਭ ਕੁਝ ਵਾਹਿਗੁਰੂ ਹੀ ਹੈ। ਕੀਤੀਆ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨ ਅੰਤ। ਮਾਰੇ ਕਹਿੰਦੇ ਕਿਸ ਨੂੰ ਕਹੀਏ, ਨਾਨਕਾ ਸਭ ਕੁਝ ਆਪੇ ਆਪ, ਸਭ ਕੁਝ ਆਪ ਹੀ ਰੂਪ ਧਾਰਨ ਕੀਤੇ ਹੋਏ ਨੇ। ਜਦੋਂ ਉਹਨੂੰ ਦੇਖ ਲਿਆ, ਹੁਣ ਤੁਸੀਂ ਦੱਸੋ ਜਿਹੜਾ ਇਹ ਅਵਸਥਾ ਦੇ ਵਿੱਚ ਵਿਚਰਦਾ ਹੈ, ਉਹ ਭਾਈ ਕਿਹਦੀ ਨਿੰਦਿਆ ਕਰ ਲੂਗਾ? ਜਦੋਂ ਉਹ ਦੂਆ ਹੈ ਹੀ ਨਹੀਂ, ਕਿਹਨੂੰ ਉਹ ਚੋਰ ਯਾਰ ਦੇਖੂਗਾ, ਕਿਹਨੂੰ ਪਾਪੀ ਦੇਖੂ, ਕਿਹਨੂੰ ਪੁੰਨੀ ਦੇਖੂ? ਔਰ ਰੱਬ ਨੂੰ ਪੁੰਨੀ ਪਾਪੀ ਤਾਂ ਕਹਿ ਨਹੀਂ ਸਕਦਾ। ਫਿਰ ਉਹ ਬ੍ਰਹਮਾਕਾਰ ਦ੍ਰਿਸ਼ਟੀ ਹੋ ਗਈ, ਬਸ ਇੱਥੇ ਫਿਰ ਮੁਕਤੀ ਹੋ ਜਾਂਦੀ ਹੈ। ਕੀਤੀਆਂ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾਥ। ਕਿਤਨੀਆਂ ਹੀ ਵੇਦ ਦੀਆਂ ਸੁਰਤੀਆਂ, ਵੇਦ ਦੀ ਲਖ ਸੁਰਤੀ ਕਥਨ ਕੀਤੀ ਹੈ। ਕਿੰਨੇ ਸੇਵਕੋ ਪਾਸ਼ਕ ਲੋਕ ਨ। ਅਸਲ ਵਿੱਚ ਇਹ ਸਭ ਕੁਛ ਵੀ ਨਹੀਂ ਹੈ। ਬ੍ਰਹਮ ਵਿੱਚ ਕਲਪਤ ਰੂਪ ਹੈ। ਗੁਰੂ ਨਾਨਕ ਸਾਹਿਬ ਜੀ ਨੇ ਫਰਮਾਨ ਕੀਤਾ, ਜਿੰਨਾ ਵੀ ਉਪਰੋਕਤ ਕਥਨ ਕੀਤਾ ਹੈ, ਇਹ ਸਾਰੀ ਵਿਆਖਿਆ ਜਿਹੜੀ ਹੈ, ਇਹ ਵਿਆਖਿਆ ਕਰੀ ਤਾਂ ਇਹਨਾਂ ਦਾ ਅੰਤ ਨਹੀਂ ਆਉਂਦਾ। ਜਿੰਨੇ ਵੀ ਕਰੋਗੇ, ਵਿਆਖਿਆ ਕਰਕੇ ਤੁਹਾਨੂੰ ਦੱਸ ਦਿੱਤਾ ਹੈ, ਪਰ ਸਭ ਕੁਝ ਆਪੇ ਆਪ ਵਾਹਿਗੁਰੂ ਹੈ। ਕਿੰਨੀਆਂ ਕੁ ਚੀਜ਼ਾਂ ਗਣੀਆਂ ਸਹੀ ਹੈ, ਥੋੜੀਆਂ ਜਿਹੀਆਂ ਚੀਜ਼ਾਂ ਗਣੀਆਂ ਵੀ ਬ੍ਰਹਮ ਰੂਪ, ਬ੍ਰਹਮ ਦੇਤੇ ਬ੍ਰਹਮ ਵੇਤੇ ਨੂੰ ਸਾਰਾ ਕੁਝ ਬ੍ਰਹਮ ਰੂਪ ਕਰਕੇ ਦਿਸਦਾ ਹੈ। ਜਦੋਂ ਵਾਹਿਗੁਰੂ ਦੇ ਨੂੰ ਜਾਣ ਲਈਦਾ ਨਾ, ਉਸ ਵੇਲੇ ਕਲਪਨਾ ਦਾ ਅੰਤ ਹੋ ਜਾਂਦਾ ਹੈ। ਬਾਅਦ ਵਿੱਚ ਅਧਿਸ਼ਠਾਨ ਰੂਪ ਬ੍ਰਹਮ ਹੀ ਹੈ, ਸੋਨੇ ਦੀ ਰਹਿ ਜਾਂਦਾ ਹੈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਬਖਾਨੀ। ਇਹ ਬ੍ਰਹਮ ਗਿਆਨੀ ਦਾ ਸਾਰਾ ਸੰਸਾਰ ਕਲਪਤ ਰੂਪ ਹੈ। ਸੁਨਿਆਰ ਦੀ ਰਿਸ਼ੀ ਸੋਨਾ ਹੈ। ਕਹਿੰਦੇ ਇੱਕ ਪੁਜਾਰੀ ਨੇ ਮੰਦਿਰ ਦੇ ਵਿੱਚ ਜਿਹੜੀਆਂ ਸੋਨੇ ਦੀਆਂ ਮੂਰਤੀਆਂ ਬਣੀਆਂ ਹੋਈਆਂ ਸੀ, ਉਹਦੇ ਵਿੱਚ ਗਣੇਸ਼ ਦੀ ਮੂਰਤੀ ਜਿਹੜੀ ਆ, ਉਹ ਚੂਹੇ ਦੇ ਉੱਤੇ ਬੈਠਾ, ਉਹਦਾ ਆਕਾਰ ਵੱਡਾ, ਢਿੱਡ ਬੜਾ ਸਾਰਾ, ਤੇ ਗਣੇਸ਼ ਦੀ ਮੂਰਤੀ, ਤੇ ਫਿਰ ਵਿਸ਼ਨੂੰ ਭਗਵਾਨ ਦੀ ਮੂਰਤੀ, ਲక్ష్ਮੀ ਦੀ ਮੂਰਤੀ। ਉਹ ਸੋਨੇ ਦੀਆਂ ਮੂਰਤੀਆਂ ਬ੍ਰਹਮ ਨੂੰ ਕਿਤੇ ਉਹਨਾਂ ਨੇ ਦਿੱਤਾ ਹੈ ਨਾ, ਪੁਜਾਰੀ ਨੂੰ ਕੁਛ, ਉਹਨੇ ਚੋਰੀ ਕਰ ਲਈਆਂ। ਚੋਰੀ ਕਰਕੇ ਦੂਰ ਜਾ ਕੇ ਸੁਨਿਆਰੇ ਨੂੰ ਕਹਿੰਦਾ ਵੀ ਆਹ ਲੈ ਵੀ ਮੈਂ ਵੇਚਣੀ ਹੈ। ਕਹਿੰਦਾ ਦੱਸ। ਉਦੋਂ ਸੋਨਾ ਸਸਤਾ ਹੁੰਦਾ ਸੀ, ਪੁਰਾਣੇ ਸਮੇਂ ਦੀ ਗੱਲ ਹੈ। ਉਹ ਕਹਿੰਦਾ ਵੀ ਇਹਦਾ ਮੁੱਲ, ਉਹ ਕਹਿੰਦਾ ਵੀ ਇਹਦਾ ਤਾਂ ਮੁੱਲ ਬਸ 10-20 ਰੁਪਈਏ, 10 ਰੁਪਈਏ ਹੋਊਗਾ, ਕਲਪਨਾ ਹੀ ਕੀਤੀ ਹੈ। ਕਹਿੰਦਾ ਇਹਦਾ, ਤੇ ਕਹਿੰਦਾ ਵੀ ਇਹਦਾ ਮੁੱਲ 25 ਰੁਪਈਏ। ਕਹਿੰਦਾ ਇਹਦਾ, ਕਹਿੰਦਾ 50 ਰੁਪਈਏ। ਕਹਿੰਦਾ ਤੇਰੀ ਮੱਤ ਮਾਰੀ ਗਈ ਸੁਨਿਆਰ ਨੂੰ। ਕਹਿੰਦਾ
ਇਹ ਗਣੇਸ਼ ਹੈ, ਇਹਦਾ 50 ਰੁਪਏ ਮੁੱਲ ਪਿਆ, ਭਗਵਾਨ ਜੀ ਦਾ ਕਹਿੰਦਾ ਤੂੰ ਕਹਿੰਦਾ 10-12 ਰੁਪਏ ਮੁੱਲ ਹੈ, ਤੈਨੂੰ ਅਕਲ ਨਹੀਂ ਹੈ। ਉਹ ਹੱਸ ਕੇ ਕਹਿੰਦਾ ਪੁਜਾਰੀ ਜੀ ਤੇਰੀ ਦ੍ਰਿਸ਼ਟੀ 'ਚ ਹੋਊਗਾ ਇਹ ਭਗਵਾਨ, ਤੇਰੀ ਦ੍ਰਿਸ਼ਟੀ ਹੋਊਗਾ ਗਣੇਸ਼, ਤੇਰੀ ਦ੍ਰਿਸ਼ਟੀ ਹੋਊਗੀ ਲక్ష్ਮੀ। ਮੈਂ ਤਾਂ ਸੋਨਾ ਦੇਖਿਆ, ਇਹਦੇ 'ਚ ਸੋਨਾ ਜ਼ਿਆਦਾ ਹੈ, ਇਹਦੇ 'ਚ ਸੋਨਾ ਘੱਟ ਹੈ, ਉਹਦੇ ਹਿਸਾਬ 'ਚ ਤੈਨੂੰ ਰੇਟ ਦੱਸਿਆ। ਉਹ ਸੁਨਿਆਰੇ ਦੀ ਦ੍ਰਿਸ਼ਟੀ ਸੋਨਾ ਹੀ ਹੈ, ਪੁਜਾਰੀ ਦੀ ਦ੍ਰਿਸ਼ਟੀ ਦੇ ਵਿੱਚ ਉਹਨੂੰ ਭਗਵਾਨ ਦਿਸਦਾ ਹੈ। ਸਾਡੀ ਦ੍ਰਿਸ਼ਟੀ ਔਰਤਾਂ ਮਰਦ ਪਸ਼ੂ ਪੰਛੀ ਦਿਸਦੇ ਨੇ, ਬ੍ਰਹਮੇਤੀ ਦੀ ਦ੍ਰਿਸ਼ਟੀ ਸਾਰਾ ਬ੍ਰਹਮ ਹੀ ਬ੍ਰਹਮ ਦਿਸਦਾ ਹੈ। ਤੋ ਇਸ ਪ੍ਰਕਾਰ ਅਲੰਕਾਰ ਮਿਲ ਥੈਲੀ ਹੋਈ ਤਾਤੇ ਕਨਵਕਾਨੀ, ਇਹ ਬ੍ਰਹਮ ਗਿਆਨੀਆਂ ਦਾ ਸਾਰਾ ਸੰਸਾਰ ਕਲਪਤ ਰੂਪ ਕਹਿੰਦੇ ਉਹਨਾਂ ਦੇ ਕਰਤੱਵ ਦੱਸੇ ਹੈ। ਇਹ ਜਿਹੜੀ 35ਵੀਂ ਪੌੜੀ ਕਥਨ ਕੀਤੀ ਹੈ, ਇਹਦਾ ਸਿਧਾਂਤ ਕੀ ਹੈ? ਇਸ ਪੌੜੀ ਦੇ ਵਿੱਚ ਜੋ ਮੁੱਢਲੀ ਪੰਕਤੀ ਧਰਮ ਖੰਡ ਕਾ ਇਹੋ ਧਰਮ ਕੇ ਹੈ, ਇਹ ਆਈ ਹੈ ਨਾ, ਇਹਦਾ ਸੰਬੰਧ ਪਿਛਲੀ 34ਵੀਂ ਪੌੜੀ ਨਾਲ ਸਮਝਣਾ। ਇਹ ਦੁਬਾਰੇ ਫਿਰ ਉਸ ਨੂੰ ਆਪਾਂ ਇਹ ਸਿਮਰਤੀ ਲਿਆਉਣ ਵਾਸਤੇ ਹੈ। ਰਾਤੀ ਰੁੱਤੀ ਥਿੱਤੀ ਵਾਰ ਵਾਲੀ ਦੇ ਨਾਲ ਸੰਬੰਧ ਹੈ ਇਹਦਾ। ਤੇ ਜੋ ਸਤਸੰਗੀ ਜਗਿਆਸੂ ਦੀ ਤੀਜੀ ਭੂਮਿਕਾ ਤਨੂ ਮਾਨਸਾ ਦਾ ਸਿਧਾਂਤ ਹੈ ਇਹਦੇ ਵਿੱਚ, ਉਹ ਸਿੰਘ ਬਲੋਕਨ ਰੀਤ ਨਾਲ ਲੈ ਕੇ ਚੱਲਦੇ ਮਹਾਰਾਜ। ਅਗਲੀ ਅਵਸਥਾ ਜਾ ਕੇ ਪਿਛਲੀ ਨੂੰ ਛੱਡਿਆ ਨਹੀਂ ਜਾਂਦਾ। ਇਸ ਅਵਸਥਾ 'ਚ ਮਨ ਦੀਆਂ ਵਾਸ਼ਨਾਵਾਂ ਸੂਖਮ ਹੋਣ ਕਰਕੇ ਇੱਕ ਪਲ ਵਿੱਚ ਪਰਲੋਕ ਵਿੱਚ ਜਾਣ ਦੀ ਗਮਤਾ ਹੋ ਜਾਂਦੀ ਹੈ। ਇਸ ਤੋਂ ਕਿ ਗਿਆਨ ਖੰਡੀਆਂ ਦਾ ਕਥਨ ਕੀਤਾ ਹੈ, ਜੋ ਸੇਵਕ ਦੀ ਚੌਥੀ ਅਵਸਥਾ ਹੈ, ਸਤਵਾ ਪਾਦਕ ਕਥਨ ਹੈ। ਇਹਦੇ 'ਚ ਇਸ ਅਵਸਥਾ ਜੋ ਬਖਸ਼ਿਸ਼ ਹੁੰਦੀ ਹੈ ਉਹ ਕਹੀ ਹੈ। ਜਿਸ ਵੇਲੇ ਗਿਆਨ ਬਣਨ ਦੀ ਦ੍ਰਿਸ਼ਟੀ ਖੁੱਲ੍ਹਦੀ ਹੈ, ਉਹਨੂੰ ਕੇਵਲ 49 ਪ੍ਰਕਾਰ ਦੀ ਪੌਣ ਹੀ ਨਹੀਂ, ਬਲਕਿ ਹੋਰ ਅਨੇਕਾਂ ਪ੍ਰਕਾਰ ਦੀ ਪੌਣ ਦਿਸਣ ਲੱਗ ਜਾਂਦੀ ਹੈ। ਅਨੇਕਾਂ ਪ੍ਰਕਾਰ ਦੀ ਅਗਨੀ ਦਿਸਣ ਲੱਗ ਜਾਂਦੀ ਹੈ। ਅਨੇਕਾਂ ਪ੍ਰਕਾਰ ਦੇ ਕ੍ਰਿਸ਼ਨ ਜੀ, ਸ਼ਿਵ ਜੀ, ਇਹ ਸਾਰੇ ਕਿਤਨੀ ਕਰਮ ਭੂਮੀਆਂ, ਕਿਤਨੇ ਸਮੇਰ ਪਰਬਤ, ਕਿਤਨੇ ਦੇਖਣ ਵਾਲੇ, ਇਹ ਸਭ ਕੁਝ ਦਿਸਣ ਲੱਗ ਜਾਂਦੇ ਨੇ। ਕਿਤਨੇ ਚੰਦਰਮਾ ਸੂਰਜ ਦਿਸਦੇ ਆ, ਕਿਤਨੇ ਸਿੱਧ ਬੁੱਧ ਅਵਤਾਰ ਦਿਸਦੇ ਆ, ਨਛੱਤਰ ਮਹਾਤਮਾ ਬੁੱਧ ਆਦਿ ਗੋਰਖਨਾਥ ਦੇਵੀਆਂ, ਇਹ ਸਾਰੇ ਦਿਸਦੇ ਆ। ਕਿਤਨੇ ਦੇਵਤੇ ਦੈਤ ਮੁਨੀ ਆਦਿ ਦਿਸਦੇ ਆ। ਕਿੰਨੀਆਂ ਹੀ ਖਾਣੀਆਂ, ਕਿੰਨੀਆਂ ਹੀ ਬਾਣੀਆਂ ਸਰੀਰ ਦੇ ਬ੍ਰਹਮੰਡ ਦੀਆਂ ਦਿਸ ਪੈਂਦੀਆਂ ਨੇ। ਉਹ ਤੱਤ ਬੇਤੇ ਬ੍ਰਹਮ ਵਿੱਚ ਇਤਨੇ ਲੀਨ ਹੋ ਜਾਂਦੇ ਆ ਕਿ ਉਹਨਾਂ ਨੂੰ ਆਨੰਦ ਦਾ ਕਥਨ ਜੇ ਕੋਈ ਕਰਨਾ ਚਾਹੇ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਪਾਉਣ ਵਾਲੇ ਦਾ ਅੰਤ ਹੋ ਸਕਦਾ ਹੈ, ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। ਸੋ ਇਸ ਪ੍ਰਕਾਰ ਉਹਦੇ ਪਿਆਰਿਆਂ ਦਾ, ਜਿਹੜੇ ਬ੍ਰਹਮ ਗਿਆਨੀ ਹੋ ਗਏ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਇਸ ਪ੍ਰਕਾਰ ਇਸ ਪੌੜੀ ਸੇਵਕ ਜਗਿਆਸੂ ਦੀ ਅਵਸਥਾ ਦਾ ਕਥਨ ਕੀਤਾ ਕਿ ਗਿਆਨ ਪ੍ਰਾਪਤੀ ਦਾ ਅਧਿਕਾਰ ਸੇਵਕ ਜਗਿਆਸੂ ਨੂੰ ਹੋ ਸਕਦਾ ਹੈ। ਤੇ ਇਹਦੇ 167 ਅੱਖਰਾਂ ਦੇ ਵਿੱਚ ਇਹ ਬ੍ਰਹਮ ਗਿਆਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਥਨ ਕੀਤਾ। ਹੁਣ 36ਵੀਂ ਪੌੜੀ ਅੱਗੇ ਸ਼ੁਰੂ ਹੋ ਗਈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਕਿਉਂਕਿ ਪਿਛਲੀ ਪੌੜੀ ਨੂੰ ਨਾਲ ਲੈ ਕੇ ਅੱਗੇ ਚੱਲਦੇ ਆ ਮਹਾਰਾਜ। ਆਓ ਹੁਣ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਅੰਦਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।